इस वेले भगवंत मान जी जिहड़े केजरीवाल ते डिपेंडेंट नहीं है, केजरीवाल भगवंत मान दे उत्ते डिपेंडेंट है। बेहतरीन। केजरीवाल साहब का एजेंडा हैगा कि भगवंत मान नूं ਜਾਂ ਇਹਨਾਂ ਦੇ ਮੋਢਿਆਂ ਨੂੰ ਵਰਤ ਕੇ ਅਸੀਂ ਦੂਸਰੀਆਂ ਸਟੇਟਾਂ ਦੇ ਵਿੱਚ ਆਪਣਾ ਪੈਰ ਧਰੀਏ। ਪਰ ਸਾਰੀਆਂ ਸਟੇਟਾਂ ਪੰਜਾਬ ਵਰਗੀਆਂ ਨਹੀਂ ਹੁੰਦੀਆਂ। ਅਜੇ ਤੱਕ ਵੀ ਇਹ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਕਿ ਆਮ ਆਦਮੀ ਪਾਰਟੀ ਜਿਹੜੀ ਉਹ ਪਾਰਟੀ ਅਜੇ ਉਹਨਾਂ ਨੇ ਸਫ਼ਰ ਤੈਅ ਕਰਨਾ ਹੋ। ਪਾਰਲੀਮੈਂਟਰੀ ਰਾਜਨੀਤੀ ਦੇ ਵਿੱਚ ਮੈਂ ਨਹੀਂ ਹੁੰਦਾ, ਉੱਥੇ ਵੀ ਹੁੰਦਾ। ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਜਿਹੜੀ ਸਮਰੱਥਾ ਹੁੰਦੀ ਆ ਉਹੀ ਤੁਹਾਨੂੰ ਵੱਡਾ ਜਿਹੜਾ ਬਣਾਉਂਦੀ ਆ। ਮੈਨੂੰ ਜਾਪਦਾ ਵੀ ਇਸ ਵਿਸ਼ੇ ਦੇ ਉੱਤੇ ਸਿੱਧੂ ਸਾਹਿਬ ਜਿਹੜੀ ਉਹ ਬੱਸ ਕਹਿੰਦੇ ਨਾ ਮਿਸ ਦ ਬੱਸ, ਤੇ ਜਿਹਦਾ ਖਮਿਆਜਾ ਜਿਹੜਾ ਉਹ ਇਸ ਵੇਲੇ ਭੁਗਤਣ ਰਹੇ ਆ। ਕੀ ਖੇਤਰੀ ਪਾਰਟੀ ਸਿੱਖਾਂ ਦੀ ਪਾਰਟੀ ਦਾ ਸਥਾਨ ਸਪੇਸ ਆਮ ਆਦਮੀ ਪਾਰਟੀ ਖਾ ਸਕਦੀ ਹੈ? ਜੇ ਅਕਾਲੀ ਦਲ ਲੋਕਾਂ ਦੀ ਪਾਰਟੀ ਬਣੀ ਰਹਿੰਦੀ, ਇਹ ਪਾਰਟੀ ਕੁਝ ਲੋਕਾਂ ਦੀ ਬਣ ਕੇ ਬਹਿ ਗਈ। ਇਹਨਾਂ ਨੇ ਵੱਡੀ ਜਿੱਤ ਉਦੋਂ ਪ੍ਰਾਪਤ ਕਰਨੀ ਸ਼ੁਰੂ ਕੀਤੀ ਜਦੋਂ ਹਿੰਦੂ ਤੇ ਸਿੱਖ ਦੋ ਇਕੱਠੇ ਹੋ ਗਏ। ਪੋਲਿਟਿਕਸ ਇੱਕ ਮੈਰਿਜ ਆਫ ਕਨਵੀਨੀਅੰਸ ਹੈ। ਜਦੋਂ ਇਲੈਕਟਰਲ ਪੋਲਿਟਿਕਸ ਹੈਗੀ ਆ ਉੱਥੇ ਤੁਹਾਨੂੰ ਵੋਟਾਂ ਚਾਹੀਦੀਆਂ ਹੁੰਦੀਆਂ। ਇੱਕ ਤਾਂ 84 ਤੋਂ ਬਾਅਦ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਕਾਂਗਰਸ ਦੀ ਸਰਵਾਈਵਲ ਅਮਰਿੰਦਰ ਸਿੰਘ ਦੇ ਰੂਪ ਦੇ ਵਿੱਚ ਜ਼ਿਆਦਾ ਤਿੱਖੇ ਰੂਪ ਚ ਹੁੰਦੀ। ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਇੱਕ ਸਮਝੌਤਾ ਵੀ ਹੁੰਦਾ। ਉਹ ਸਮਝੌਤਾ ਲੋਕਾਂ ਨੇ ਐਕਸੈਪਟ ਵੀ ਕੀਤਾ। ਕੁਝ ਲੋਕਾਂ ਨੇ ਪੋਲੀਟੀਕਲ ਨਹੀਂ ਐਕਸੈਪਟ ਕੀਤਾ, ਪਰ ਮੋਟੇ ਤੌਰ ਤੇ ਲੋਕਾਂ ਨੇ ਐਕਸੈਪਟ ਕਰ ਲਿਆ ਸੀਗਾ। ਉਸ ਤੋਂ ਬਾਅਦ 85 ਦੀ ਇਲੈਕਸ਼ਨ ਹੁੰਦੀ ਆ, ਔਰ 85 ਜਿਹੜੀ ਇਲੈਕਸ਼ਨ ਹੁੰਦੀ ਆ ਉਹ ਵਨ ਆਫ ਦਾ ਮੋਸਟ ਪੀਸਫੁਲ ਇਲੈਕਸ਼ਨਸ ਇਨ ਪੰਜਾਬ। ਸਵਾਗਤ, ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਪ੍ਰੋਫੈਸਰ ਜਗਰੂਪ ਸੇਖੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ। ਪ੍ਰੋਫੈਸਰ ਸਾਹਿਬ ਜੀ ਆਏ। ਬਹੁਤ ਬਹੁਤ ਸ਼ੁਕਰੀਆ ਜੀ ਰੰਧਾਵਾ ਸਾਹਿਬ। ਪ੍ਰੋਫੈਸਰ ਸਾਹਿਬ, ਅੱਜ ਇੱਕ ਅਜੀਬੋ-ਗਰੀਬ ਮੰਜ਼ਰ ਦੇਖਿਆ। ਤਾਜਪੋਸ਼ੀ ਸੀ ਰਾਜਾ ਵੜਿੰਗ ਦੀ, ਔਰ ਉੱਥੇ ਭਾਰਤ ਭੂਸ਼ਣ ਆਸ਼ੂ ਦਾ ਹੱਥ ਫੜ ਕੇ ਉਹਨਾਂ ਨੂੰ ਮਠਿਆਈ ਤੋਂ ਰੋਕਤਾ ਜਾਂਦਾ। ਬੜਾ ਸੰਕੇਤਕ ਜਿਹਾ ਸੀਗਾ ਵੀ ਦਿੱਲੀ ਦੇ ਸੂਬੇਦਾਰ ਕਾਂਗਰਸ ਵਾਲੇ ਹਰੀਸ਼ ਚੌਧਰੀ ਉਹਦੇ ਹੱਥੋਂ ਪਲੇਟ ਚੋਂ ਬਰਫੀ ਦਾ ਪੀਸ ਖੋਹ ਲੈਂਦੇ ਕੀ ਰਖਾ ਦਿੰਦੇ ਆ, ਤੇ ਉਹ ਪਲੇਟ ਬਾਜਵਾ ਨੂੰ, ਪ੍ਰਤਾਪ ਸਿੰਘ ਨੂੰ ਦੇ ਦਿੱਤੀ ਜਾਂਦੀ, ਤੇ ਬਾਅਦ ਦੇ ਵਿੱਚ ਉਹ ਚੰਨੀ ਸਾਹਿਬ ਅੱਗੇ ਕਰਤੀ ਜਾਂਦੀ ਆ। ਆਸ਼ੂ ਸਾਹਿਬ ਵਹਿੰਦੇ ਰਹਿ ਜਾਂਦੇ ਆ। ਇਸ ਮੰਜ਼ਰ ਨੂੰ ਮੈਂ ਉਹ ਤਾਜਪੋਸ਼ੀ ਨਾਲੋਂ ਵੱਡਾ ਮੰਨ ਕੇ ਚੱਲ ਰਿਹਾ ਸੀ। ਇਹਨੂੰ ਕਿਵੇਂ ਲੈਂਦੇ ਹੋ? ਹੈ ਤਾਂ ਹਾਸੀਆਂ ਨਹੀਂ, ਬਿਲਕੁਲ ਹਾਸੇ ਵਾਲੀ ਗੱਲ ਹੈਗੀ ਆ। ਇਹਦੇ ਨਾਲ ਤਾਂ ਕਾਂਗਰਸ ਦੀ ਹੋਰ ਜ਼ਿਆਦਾ ਹੇਠੀ ਹੋਈ। ਕਾਂਗਰਸ ਹੋਰ ਜਿਹੜੀ ਪੋਜੀਸ਼ਨ ਜਿਹੜੀ ਪਹਿਲਾਂ ਹਾਸ ਹੋਈ ਨਹੀਂ ਸੀ, ਹੋਰ ਜ਼ਿਆਦਾ ਹਾਸ ਹੋਈ ਹੋਈ। ਪਰ ਇਹਦੇ ਨਾਲ ਇੱਕ ਇਹ ਗੱਲ ਦਿਖੀ, ਆਲ ਇਜ਼ ਨਾਟ ਵੈਲ ਇਨ ਦਾ ਕਾਂਗਰਸ। ਕਿ ਕਾਂਗਰਸ ਦੇ ਵਿੱਚ ਸਾਰਾ ਕੁਝ ਇਸ ਕਰਕੇ ਠੀਕ ਵੀ ਨਹੀਂ ਹੈ ਵੀ ਖਿੱਚੋਤਾਣ ਅਜੇ ਵੀ ਪਈ ਆ, ਔਰ ਇਹ ਖਿੱਚੋਤਾਣ ਦਾ ਜਿਹੜਾ ਹੈਗਾ ਖਮਿਆਜਾ ਇਹਨਾਂ ਨੇ ਪਹਿਲਾਂ ਵੀ ਭੁਗਤਿਆ ਵਾ, ਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਲਈ ਸਮੱਸਿਆ ਬਣੀ ਰਹੂਗੀ। ਇਹਦੇ ਵਿੱਚ ਪਾਵਰਫੁਲ ਕੌਣ ਹੈ, ਇਹ ਦੇਖਣ ਦੀ ਬੜੀ ਲੋੜ ਆ। ਜਦੋਂ ਹਰੀਸ਼ ਚੌਧਰੀ ਪਿੱਛੋਂ ਹੱਥ ਲਿਆ ਕੇ ਆਸ਼ੂ ਦਾ ਹੱਥ ਫੜ ਲੈਂਦੇ, ਇਹਦਾ ਮਤਲਬ ਹੈ ਕਿ ਡਰਾਈਵਿੰਗ ਸੀਟ ਕਿਸੇ ਹੋਰ ਕੋ ਆ, ਨਜ਼ਰ ਕਿਸੇ ਹੋਰ ਦੀ ਆ ਰਹੀ ਆ। ਸਭ ਤੋਂ ਨੰਬਰ 1 ਤੇ ਪ੍ਰਤਾਪ ਸਿੰਘ ਬਾਜਵਾ ਨੂੰ ਦਿਖਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਇਹਨੂੰ ਤੁਸੀਂ ਕਿਵੇਂ ਲੈਂਦੇ ਹੋ? ਹਾਲਾਂਕਿ ਨਵਜੋਤ ਸਿੱਧੂ ਨਦਾਰਦ ਸੀ ਉਸ ਜਗ੍ਹਾ ਤੋਂ। ਮੇਰਾ ਖਿਆਲ ਹੈਗਾ ਕਿ ਵੇਖੋ, ਸਾਰੇ ਦੇਸ਼ ਦੀ ਰਾਜਨੀਤੀ ਦੀ ਬਹੁਤ ਵੱਡੀ ਬਦਕਿਸਮਤੀ ਹੈਗੀ ਆ ਕਿ ਇੱਥੇ ਸੈਂਟਰਲਾਈਜੇਸ਼ਨ ਆਫ ਪਾਵਰ ਆ ਤੇ ਡੀਸੈਂਟਰਲਾਈਜੇਸ਼ਨ ਆਫ ਥ੍ਰੈਟ ਵਾ। ਕਿ ਸਾਰੀਆਂ ਤਾਕਤਾਂ ਜਿਹੜਾ ਇਨਵਿਜ਼ੀਬਲ ਹੁੰਦਾ ਉਹਦੇ ਵਾਸਤੇ ਹੁੰਦਾ ਵਾ, ਤੇ ਜਿਹੜਾ ਦਬਕੇ ਮਾਰਨ ਵਾਲਾ ਕੰਮ ਹੁੰਦਾ ਵਾ, ਡਰਾਉਣ ਵਾਲਾ ਕੰਮ ਹੁੰਦਾ, ਉਹ ਸਾਰੇ ਪਾਸੇ ਹੁੰਦਾ ਵਾ। ਤਾਂ ਇਹ ਗੱਲ ਤਾਂ ਬਹੁਤ ਕਲੀਅਰ ਹੈਗੀ ਆ ਕਿ ਜਿਹੜਾ ਉਹਨਾਂ ਦੇ ਇੱਥੋਂ ਦੇ ਪੰਜਾਬ ਦੇ ਜਿਹੜੇ ਹੈਗੇ ਆਪਣੇ ਜਿਹੜੇ ਇੰਚਾਰਜ ਵੀ ਹੈਗੇ ਆ, ਉਹਨਾਂ ਦਾ ਆਪਣਾ ਏਜੰਡਾ ਹੈ। ਔਰ ਉਹ ਏਜੰਡੇ ਦੇ ਨਾਲ ਇਹ ਨਹੀਂ ਸੀ ਵੀ ਸਿਰਫ ਉਹਨਾਂ ਦਾ ਆਪਣਾ ਏਜੰਡਾ ਹੈਗਾ, ਉਹਨਾਂ ਨੂੰ ਵੀ ਡਾਇਰੈਕਸ਼ਨਸ ਮਿਲਦੀਆਂ ਵੀ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਡਾਇਰੈਕਸ਼ਨ ਤੋਂ ਬਿਨਾਂ ਨਹੀਂ ਚੱਲਦਾ। ਤਾਂ ਇਹ ਤੋਂ ਪਹਿਲੀ ਗੱਲ ਤਾਂ ਇਹ ਹੈਗੀ ਵੀ ਜਿਸ ਕਿਸਮ ਦੀ ਇਹ ਸਾਰੇ ਵਰਤਾਰੇ ਦੀ ਤੁਸੀਂ ਗੱਲ ਕਰਦੇ ਹੋ, ਮੈਨੂੰ ਤਾਂ ਇਹ ਲੱਗਦਾ ਵਾ ਕਿ ਇਹ ਨੇ ਇੱਕ ਹੋਰ ਨਵਾਂ ਬਖੇੜਾ ਜਿਹੜਾ ਹੈਗਾ। ਕਿਉਂਕਿ ਜਦੋਂ ਇਹ ਹੀ ਡਿਸਾਈਡ ਨਹੀਂ ਕਰ ਸਕੇ ਕਿ ਬਰਫੀ ਦੇ ਪੀਸ ਸੀ ਨਾ, ਬਰਫੀ ਕੋਈ ਪਾਵਰ ਤਾਂ ਹੈ ਨਹੀਂ ਅਜੇ, ਹੈ ਬਰਫੀ ਤਾਂ ਕੋਈ ਇਹ ਨਹੀਂ ਵੀ ਅਗਲੇ ਕੋਈ ਚੀਜ਼ ਤੁਸੀਂ ਜਿਹੜੀ ਹੈਗੀ ਆ, ਜਿਹੜੀ ਤੁਹਾਨੂੰ ਜਿਹੜੀ ਹੈਗੀ ਜਿਹਨੇ ਤਾਕਤ ਦਵਾਉਣੀ ਆ, ਉਹ ਤਾਂ ਇੱਕ ਪ੍ਰੋਟੋਕੋਲ ਸੀ, ਸੈਰੇਮਨੀ ਸੀਗੀ। ਮੇਰਾ ਖਿਆਲ ਹੈ ਵੀ ਇਹ ਹੋਸ਼ੇਪਣ ਦੀ ਭਾਰਤੀ ਰਾਜਨੀਤੀ ਦੀ ਸਭ ਤੋਂ ਵੱਡੀ ਹੋਸ਼ੇਪਣ ਦੀ ਗੱਲ ਆ ਕਿ ਇਹੋ ਜਿਹੇ ਮੌਕਿਆਂ ਦੇ ਉੱਤੇ ਵੀ ਅਸੀਂ ਜਿਹੜਾ ਹੈਗਾ ਵਾ ਉਹ ਜਿਹੜੀ ਖਿੱਚਾ ਤੁਸੀਂ ਸਾਡੀ ਮਤਲਬ ਏਡੇ ਏਡੇ ਵੱਡੇ ਬੰਦੇ ਔਰ ਇਹ ਕਿਹੜਾ ਛੋਟਾ, ਅੱਛਾ ਚਲੋ ਛੱਡ ਦਿੰਦੇ। ਇਸੇ ਹੀ ਘਟਨਾਕ੍ਰਮ ਦੇ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਹਰੀਸ਼ ਚੌਧਰੀ ਇਹ ਕਹਿੰਦੇ ਸੁਣੇ ਗਏ ਕਿ ਮੀਡੀਆ ਨੂੰ ਕਹਿੰਦੇ ਸੁਣੇ ਗਏ ਵੀ ਤੁਹਾਨੂੰ ਵੀ ਪਤਾ ਹੈ ਕਿ ਸਿੱਧੂ ਕੀ ਕਰ ਰਿਹਾ, ਤੇ ਹਾਈ ਕਮਾਂਡ ਨੂੰ ਵੀ ਪਤਾ ਸਿੱਧੂ ਕੀ ਕਰ ਰਿਹਾ। ਇਹਦੇ ਅਰਥ ਕੀ ਲਈਏ? ਮੈਨੂੰ ਲੱਗਦਾ ਹੈ ਕਿ ਇੱਕ ਤਾਂ ਇਹ ਸੀਗਾ ਕਿ ਸਿੱਧੂ ਸਾਹਿਬ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਆ, ਪਰ ਕੈਪੈਸਿਟੀ ਜਿਹੜੀ ਕੈਪੇਬਿਲਿਟੀ ਹੋਣੀ ਚਾਹੀਦੀ ਹੈ ਮੇਰੇ ਖਿਆਲ ਉਨੀ ਪਹੁੰਚ ਨਹੀਂ ਹੈਗੀ। ਦੂਸਰਾ ਇਹ ਆ ਕਿ ਹੁਣ ਤਾਂ ਉਹਨਾਂ ਬਾਰੇ ਹੋ ਗਿਆ ਕਿ ਉਹ ਇੱਕ ਅਨਗਾਈਡਡ ਮਿਜ਼ਾਈਲ ਵਾਲਾ ਕੰਮ ਹੀ ਹੈਗਾ। ਉਹ ਜਿਹੜਾ ਮੈਂ ਉਹਨਾਂ ਦੇ ਵਿੱਚ ਬਹੁਤ ਵੱਡੀ ਆ, ਉਹਨਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਆ। ਔਰ ਰਹਿੰਦੀ ਖੁੰਦੀ ਕਸਰ ਜਿਹੜੀ ਖਾਸ ਕਰਕੇ ਉਹ ਪਿਛਲੇ ਸਮੇਂ ਦੇ ਵਿੱਚ MLA ਦੀ ਸੀਟ ਵੀ ਹਾਰ ਗਏ। ਕਿਉਂਕਿ ਅੱਜ ਤੱਕ ਉਹਨਾਂ ਦਾ ਟਰੈਕ ਰਿਕਾਰਡ ਸੀਗਾ ਉਹਨਾਂ ਦਾ ਤੇ ਉਹਨਾਂ ਦੀ ਵਾਈਫ ਦਾ
ਕਿ ਉਹ ਕੋਈ ਸੀਟ ਜਿਹੜੀ ਸੀਗੀ ਉਹ ਇੱਥੇ ਹਾਰ, ਜਿੱਥੇ ਵੀ ਚੋਣ ਲੜੀ ਆ ਉਹ ਉੱਥੋਂ ਹਾਰੇ ਨਹੀਂ ਸੀਗੇ। ਤੇ ਹੁਣ ਇਸ ਵੇਲੇ ਕਿਉਂਕਿ ਜਿਸ ਕਿਸਮ ਦੀਆਂ ਸਟੇਟਮੈਂਟਾਂ ਦੇ ਰਹੇ ਉਹਨਾਂ ਨੇ ਰੀਕਨਸਾਈਲ ਨਹੀਂ ਕੀਤਾ। ਰਾਜਾ ਵੜਿੰਗ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਉਹਨਾਂ ਨੇ ਆਪਣੀ ਵਾਹ ਪੂਰੀ ਲਾਈ, ਜਿੰਨੇ ਡਿਸਗਰੰਟਡ ਬੰਦੇ ਸੀਗੇ ਜਾਂ ਜਿੰਨੇ ਵੀ ਕਾਂਗਰਸ ਵਾਲੇ ਸੀ, ਭੱਜ ਨੱਠ ਕਰਕੇ ਵੀ ਕਿਸੇ ਤਰੀਕੇ ਨਾਲ ਮਾਹੌਲ ਕਾਇਮ ਕੀਤਾ ਜਾਵੇ। ਸਮੱਸਿਆ ਇਹ ਹੈਗੀ ਆ ਕਿ ਜਦੋਂ ਵਿਅਕਤੀਆਂ ਦੀ ਖਾਸ ਕਰਕੇ ਐਲੀਜੈਂਸ ਪਾਰਟੀ ਤੇ ਪਾਰਟੀ ਦੀ ਵਿਚਾਰਧਾਰਾ ਤੋਂ ਜ਼ਿਆਦਾ ਇੱਕ ਉੱਤੇ ਬੈਠੇ ਵਿਅਕਤੀ ਵੱਲ ਹੁੰਦੀ ਹੈ, ਜਿੱਦਾਂ ਕਿ ਇਸ ਸਮੇਂ ਦੇ ਵਿੱਚ ਰਾਹੁਲ ਗਾਂਧੀ ਦੇ ਨਾਲ ਕਰਦੇ ਸੀ, ਪ੍ਰਿਯੰਕਾ ਗਾਂਧੀ ਦੇ ਨਾਲ ਕਰਦੇ ਸੀਗੇ, ਤੇ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੀ ਸੈਂਟਰਲ ਲੀਡਰਸ਼ਿਪ ਆ ਉਹਨਾਂ ਨੇ ਵੇਖਣਾ ਕਿ ਅਸੀਂ ਪਾਰਟੀ ਨੂੰ ਕਿੱਦਾਂ ਚਲਾਉਣਾ। ਇਹੀ ਗੱਲ ਹੈਗਾ ਕਿ ਜੇ ਉਹ ਵਿਅਕਤੀ ਵਿਸ਼ੇਸ਼ ਦੇ ਉੱਤੇ ਜ਼ਿਆਦਾ ਫੋਕਸ ਦੇਣਗੇ ਤੇ ਪਾਰਟੀ ਨਹੀਂ ਚੱਲੂਗੀ। ਮੈਨੂੰ ਲੱਗਦਾ ਕਿ ਵਿਅਕਤੀ ਨਾਲੋਂ ਪਾਰਟੀ ਵੱਡੀ ਆ, ਪਰ ਹੁਣ ਵਾਲੇ ਸਮੇਂ ਦੇ ਵਿੱਚ ਜਾਂ ਜਿਸ ਕਿਸਮ ਦਾ ਸਿੱਧੂ ਸਾਹਿਬ ਦਾ ਵਰਤਾਰਾ ਹੈ, ਮੈਂ ਪਿਛਲੇ ਸਮੇਂ ਦੇਖ ਰਿਹਾ, ਮੇਰੇ ਮਾਡਲ ਦੀ ਗੱਲ ਕਰਦੇ ਸੀ, ਮੇਰਾ ਪੰਜਾਬ ਦਾ ਮਾਡਲ, ਮੈਂ ਜਿਹੜੀ ਹੈਗੀ ਆ, ਮੇਰੇ ਖਿਆਲ ਰਾਜਨੀਤੀ ਦੇ ਵਿੱਚ ਔਰ ਲੋਕਤੰਤਰੀ ਰਾਜਨੀਤੀ ਦੇ ਵਿੱਚ, ਪਾਰਲੀਮੈਂਟਰੀ ਰਾਜਨੀਤੀ ਦੇ ਵਿੱਚ ਮੈਂ ਨਹੀਂ ਹੁੰਦਾ, ਉੱਥੇ ਵੀ ਹੁੰਦਾ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਜਿਹੜੀ ਸਮਰੱਥਾ ਹੁੰਦੀ ਆ ਉਹੀ ਤੁਹਾਨੂੰ ਵੱਡਾ ਜਿਹੜਾ ਬਣਾਉਂਦੀ ਆ। ਮੈਨੂੰ ਜਾਪਦਾ ਵੀ ਇਸ ਵਿਸ਼ੇ ਦੇ ਉੱਤੇ ਸਿੱਧੂ ਸਾਹਿਬ ਜਿਹੜੀ ਉਹ ਬੱਸ ਕਹਿੰਦੇ ਨਾ, ਮਿਸ ਦਾ ਬੱਸ, ਤੇ ਜਿਹਦਾ ਖਮਿਆਜਾ ਜਿਹੜਾ ਉਹ ਇਸ ਵੇਲੇ ਭੁਗਤਣ ਰਹੇ ਆ। ਔਰ ਉਹਨਾਂ ਨੇ ਦੋਸਤਾਂ ਨਾਲੋਂ ਮੈਨੂੰ ਲੱਗਦਾ ਵੀ ਆਪਣੇ ਰਾਜਨੀਤਿਕ ਵਿਰੋਧੀ ਪਾਰਟੀ ਦੇ ਵਿੱਚ ਜਿਹੜੇ ਆ ਪੰਜਾਬ ਦੇ ਵਿੱਚ ਜ਼ਿਆਦਾ ਪੈਦੇ ਕੀਤੇ ਆ, ਜਿਹਦੇ ਵਜ੍ਹਾ ਕਰਕੇ ਅੱਜ ਉਹਨਾਂ ਨੂੰ ਇਹ ਦਿਨ ਵੇਖਣੇ ਪੈ ਰਹੇ ਆ। ਔਰ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਲਈ ਬਹੁਤੇ ਦਿਨ ਚੰਗੇ ਨਾ ਹੀ ਹੋਣ ਉਹਨਾਂ ਦੇ। ਪ੍ਰੋਫੈਸਰ ਸਾਹਿਬ ਨੇ ਸਿੱਧੂ ਸਾਹਿਬ ਤੇ ਟਿੱਪਣੀ ਬੜੀ ਸਟ੍ਰੀਕ ਕੀਤੀ ਹੈ, ਪਰ ਮੇਰੇ ਕੋਲ ਇੱਕ ਇਨਫੋਰਮੇਸ਼ਨ ਹੈ ਜਿਹੜੀ ਮੈਂ ਸਾਂਝੀ ਕਰਨਾ ਚਾਹੁੰਦਾ। ਮੈਂ ਇਹ ਤੇ ਸਿੱਧੂ ਸਾਹਿਬ ਦੀ ਰਾਏ ਨਹੀਂ ਲਈ, ਨਾ ਉਹਨਾਂ ਤੋਂ ਪੁੱਛਿਆ, ਨਾ ਉਹਨਾਂ ਦਾ ਪੱਖ ਲਿਆ, ਪਰ ਮੈਨੂੰ ਇਸ ਗੱਲ ਦੀ ਪੱਕੀ ਸੂਚਨਾ ਹੈ ਕਈ ਵਾਰੀ ਜਿਨ੍ਹਾਂ ਨੂੰ ਤੁਸੀਂ ਨੰਬਰ 1 ਦੁਸ਼ਮਣ ਮੰਨਦੇ ਹੁੰਦੇ ਹੋ, ਔਖੇ ਵੇਲੇ ਉਹ ਵੀ ਤੁਹਾਡਾ ਹਾਲ ਪੁੱਛ ਲੈਂਦੇ ਆ। ਜਿਸ ਦਿਨ ਨਵਜੋਤ ਸਿੰਘ ਸਿੱਧੂ ਦੇ ਸ਼ਰੀਕੇ ਹਯਾਤ, ਉਹਨਾਂ ਦੀ ਘਰਵਾਲੀ ਠੀਕ ਨਹੀਂ ਸੀ, ਹਸਪੀਟਲ ਗਏ, ਉਸ ਦਿਨ ਕੈਪਟਨ ਅਮਰਿੰਦਰ ਸਿੰਘ ਦੀ ਫੋਨ ਕਾਲ ਸਿੱਧੂ ਨੂੰ ਆਉਂਦੀ ਆ ਉਹਨਾਂ ਦੀ ਘਰਵਾਲੀ ਦਾ ਹਾਲ ਜਾਣਨ ਲਈ। ਔਰ ਇੱਕ ਹੋਰ ਪਹਿਲੂ ਵੀ ਹੈ ਕਿ ਕੁਝ ਇੱਕ ਕਾਂਗਰਸੀ ਗਰੁੱਪ ਦੇ ਵਿੱਚ ਇੱਕ 10 ਤੋਂ ਵੱਧ ਕਾਂਗਰਸੀ ਹੈ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਾ ਚਾਹੁੰਦੇ ਆ। ਇਹ ਸਿਸਵਾਂ ਦੇ ਵਿੱਚ ਇੱਕ ਸੁਨੇਹਾ ਲੱਗਿਆ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਕਾਂਗਰਸ ਨੇ ਅਗਲੇ ਦਿਨਾਂ 'ਚ ਕਿਵੇਂ ਅੱਗੇ ਵਧਣਾ ਹੈ, ਕਿ ਜਿਵੇਂ ਲੜਾਈ ਚੱਲ ਰਹੀ ਉਵੇਂ ਚੱਲਦੀ ਰਹੂਗੀ, ਆਪਾਂ ਛੱਡ ਦਿੰਦੇ ਆ, ਇਹ ਚੈਪਟਰ ਅਧਿਆਇ ਬੰਦ ਕਰ ਦਿੰਦੇ ਆ। ਪ੍ਰੋਫੈਸਰ ਸਾਹਿਬ, ਅਤਿਮ ਸਵਾਲ ਆ, ਆਪਾਂ ਕਾਫੀ ਦਿਨਾਂ ਬਾਅਦ ਮਿਲੇ ਆ, ਇਸ ਦੌਰਾਨ ਦੇ ਵਿੱਚ 30 ਦਿਨ ਪੂਰੇ ਕਰ ਗਈ ਸੱਤਾ ਸਰਕਾਰ ਭਗਵੰਤ ਮਾਨ ਦੀ। ਮੈਨੂੰ ਮੁੱਢਲੇ ਤੌਰ ਤੇ ਤੁਹਾਡੀ ਆਬਜ਼ਰਵੇਸ਼ਨ ਇਹਨਾਂ 30 ਦਿਨਾਂ ਦੀ ਕੀ ਰਹੀ? ਹਾਲਾਂਕਿ ਇਹਨਾਂ 30 ਦਿਨਾਂ ਦੇ ਵਿੱਚ 5 ਬੰਦੇ ਸਾਧ ਸਭਾ 'ਚ ਭੇਜੇ, ਜਿੱਤੇ ਆਪਾਂ ਗੱਲ ਕਰ ਚੁੱਕੇ ਹਾਂ, ਲੇਕਿਨ ਇਹਨਾਂ 30 ਦਿਨਾਂ ਦੇ ਵਿੱਚ ਹੀ SYL ਦਾ ਮੁੱਦਾ ਵੀ ਗਰਮਾਇਆ, ਪਾਣੀਆਂ ਦਾ ਮੁੱਦਾ ਗਰਮਾਇਆ, ਔਰ ਉਹਦੇ ਨਾਲ ਨਾਲ ਹੋਰ ਕਈ ਪਹਿਲੂ ਜਿਨ੍ਹਾਂ ਦੇ ਵਿੱਚ ਇਹ 2 ਦਿਨ ਤੋਂ ਸਭ ਤੋਂ ਜ਼ਿਆਦਾ ਰੌਲਾ ਜਿਸ ਗੱਲ ਦਾ ਪੈ ਰਿਹਾ ਕਿ ਪੰਜਾਬ ਪੁਲਿਸ ਬਾਹਰ ਜਾ ਕੇ ਪਰਚਾ ਵੀ ਕਰ ਰਹੀ ਹੈ, ਹਾਂਜੀ, ਜਾਂ ਨੋਟਿਸ ਦੇ ਰਹੀ ਹੈ। ਸੋ ਇਹ ਵੀ ਇੱਕ ਵੰਡੈਟਾ ਪੋਲਿਟਿਕਸ ਦਾ ਦੋਸ਼ ਪੰਜਾਬ ਪੁਲਿਸ ਤੇ ਲੱਗ ਗਿਆ ਦੂਜੀਆਂ ਧਿਰਾਂ ਵੱਲੋਂ। ਇਹਦੇ ਸਮਾਨਾਂਤਰ ਆਪਾਂ ਗੱਲ ਇਸ ਪੂਰੇ ਪੀਰੀਅਡ 'ਚ ਵੀ ਕਰਾਂਗੇ ਕਿ ਜਿਹੜੀਆਂ ਧਿਰਾਂ ਵਿਰੋਧ 'ਚ ਨੇ ਉਹਨਾਂ ਦਾ ਵੀ ਕੋਈ ਰੋਲ ਹੁੰਦਾ ਹੈ। ਉਹਨਾਂ ਨੇ 30 ਦਿਨ ਕਿਵੇਂ ਬਿਤਾਏ, ਤੇ 30 ਦਿਨ ਸੁਖਬੀਰ ਸਿੰਘ ਬਾਦਲ ਨੇ ਕਿਵੇਂ ਬਿਤਾਏ, ਜਿਨ੍ਹਾਂ ਨੂੰ ਇਹ ਕਦੇ ਉਮੀਦ ਹੀ ਨਹੀਂ ਹੋਣੀ ਕਿ ਉਹ ਤਿੰਨਾਂ ਤੱਕ ਸਿਮਟ ਜਾਣਗੇ। ਮੈਨੂੰ ਸਭ ਤੋਂ ਪਹਿਲਾਂ ਸੱਤਾ ਦੇ ਨਜ਼ਰੀਏ ਤੋਂ ਦੱਸਿਓ। ਮੈਨੂੰ ਇਹ ਲੱਗਦਾ ਹੈ ਕਿ ਇਹ 30 ਦਿਨ ਜਿਹੜੇ ਜੇ ਮੋਟੇ ਤੌਰ ਤੇ ਦੇਖਿਆ ਜਾਵੇ ਕਿ ਅਜੇ ਕਿਉਂਕਿ ਸਰਕਾਰ ਦਾ ਹਨੀਮੂਨ ਪੀਰੀਅਡ ਚੱਲਦਾ ਹੈ, ਉਹਦੇ ਵਿੱਚ ਛੋਟੀਆਂ-ਮੋਟੀਆਂ ਗੱਲਾਂ ਨੂੰ ਇਗਨੋਰ ਕੀਤਾ ਜਾਂਦਾ, ਪਰ ਜਿਹੜੇ ਫੈਸਲੇ ਖਾਸ ਕਰਕੇ ਉਹਨਾਂ ਨੇ ਲਏ ਆ ਜੀ, ਕਿਉਂਕਿ ਸਾਡਾ ਜਿਹੜੇ ਖਾਸ ਕਰਕੇ ਜਿਹੜੀਆਂ ਕਰਪਸ਼ਨ ਦੀ ਇਸ਼ੂ ਉਹਨਾਂ ਨੇ ਗੱਲ ਕੀਤੀ ਆ, ਜਾਂ ਉਹਨਾਂ ਨਸ਼ਿਆਂ ਨੂੰ ਰੋਕਣ ਬਾਰੇ ਵੀ ਜਿਹੜੀ ਗੱਲ ਕੀਤੀ ਆ, ਜਾਂ ਜਿਸ ਤਰੀਕੇ ਦੇ ਨਾਲ ਉਹਨਾਂ ਦੇ MLA ਸਾਹਿਬਾਨ ਜਿਹੜੇ ਕੰਮ ਕਰ ਰਹੇ ਆ, ਮੈਂ ਨਹੀਂ ਕਰਦਾ ਵੀ ਉਹਨਾਂ 6 ਮਹੀਨੇ ਤੋਂ ਕੀ ਆਊਟਕਮ ਹੋਊਗਾ। ਅਜੇ ਤੱਕ ਲੋਕੀ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੋਂ ਮਤਲਬ ਕਾਫੀ ਹੱਦ ਤੱਕ ਖੁਸ਼ ਆ। ਠੀਕ ਆ, ਆਪੋਜੀਸ਼ਨ ਨੇ ਉਹਨਾਂ ਨੂੰ ਅਪੋਜ਼ ਕਰਨਾ ਹੀ ਹੁੰਦਾ ਵਾ, ਉਹਨਾਂ ਦਾ ਕੰਮ ਹੀ ਹੈਗਾ ਉਹ 'ਚ ਨੁਕਸ ਕੱਢਣਾ, ਪਰ ਪੰਜਾਬ ਦੀ ਹਾਲਤ ਇੰਨੀ ਜ਼ਿਆਦਾ ਵਿਗੜ ਚੁੱਕੀ ਆ, ਤੁਸੀਂ ਕਿਸੇ ਵੀ ਥਾਂ ਤੇ ਹੱਥ ਪਾ ਕੇ ਵੇਖ ਲਓ, ਤੁਹਾਨੂੰ ਉੱਥੋਂ ਹੀ ਜਿਹੜੀ ਹਰ ਕਿਸਮ ਦੀ ਗੰਦਗੀ ਦਿਖਦੀ ਹੋਊਗੀ। ਤੁਸੀਂ ਕੋਈ ਮਹਿਕਮਾ ਲੈ ਕੇ ਦੇਖ ਲਓ, ਤੁਸੀਂ ਐਜੂਕੇਸ਼ਨ ਦਾ ਹਾਲ ਦੇਖ ਲਓ, ਤੁਸੀਂ ਹੈਲਥ ਦਾ ਦੇਖ ਲਓ, ਤੁਸੀਂ ਐਗਰੀਕਲਚਰ ਦਾ ਦੇਖ ਲਓ, ਢਾਂਚਾਗਤ ਕ੍ਰਾਈਸਿਸ ਹੈਗੀ ਸਾਡੀ, ਆ ਪ੍ਰੋਕਿਉਰਮੈਂਟ ਦਾ ਇਸ਼ੂ ਸੀ, ਹੁਣ ਤਾਂ ਚਲੋ ਯੀਲਡ ਝਾੜ ਘਟ ਗਿਆ, ਉਹਦੇ ਵਿੱਚ ਹੈਗਾ। ਮੈਨੂੰ ਇਹ ਲੱਗਦਾ ਵੀ ਹੁਣ ਤੱਕ ਕਿਉਂਕਿ ਪਿਛਲੀਆਂ ਸਰਕਾਰਾਂ ਇੰਨੀਆਂ ਜ਼ਿਆਦੀਆਂ ਲੋਕਾਂ ਦਾ ਉਹਨਾਂ ਦਾ ਮਨ ਉੱਕਿਆ ਸੀਗਾ। ਮੈਂ ਅੱਗੇ ਵੀ ਕਿਹਾ ਸੀ ਵੀ ਲੋਕਾਂ ਨੇ ਜਿਹੜੀ ਇਹਨਾਂ ਨੂੰ ਮੈਂ ਲਿਖਿਆ ਵੀ ਆ ਕਿ ਜਿਹੜੀ ਵੋਟ ਪਾਈ ਆ
ਉਹਨਾਂ ਨੇ ਜਿਹੜਾ ਗੁੱਸਾ ਸੀ, ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀਗੀਆਂ, ਅਕਾਲੀ ਦਲ ਖਾਸ ਕਰਕੇ ਔਰ ਕਾਂਗਰਸ ਜਿਹੜਾ ਹੈਗਾ, ਉਹਦੇ ਵਿਰੋਧ 'ਚ ਪਾਈ ਆ। ਇਹ ਤੀਸਰਾ ਆਲਟਰਨੇਟਿਵ ਬਣਿਆ ਉਹਦੇ ਵਿੱਚ, ਹੋਰ ਕੋਈ ਆਲਟਰਨੇਟਿਵ ਦਿਖਦਾ ਨਹੀਂ ਸੀਗਾ। ਭਾਵੇਂ ਕਿ ਕੁਝ ਲੋਕ ਮੈਨੂੰ ਸਵਾਲ ਪੁੱਛਦੇ ਵੀ ਸਮਾਜ ਮੋਰਚਾ ਹੀ, ਤੇ ਮੈਂ ਕਿਹਾ ਵੀ ਨਹੀਂ, ਉਹਦੇ ਬਾਰੇ ਮੈਂ ਕੁਝ ਨਹੀਂ ਬੋਲੂੰਗਾ। ਸੋ ਮੇਰਾ ਕਹਿਣ ਤੋਂ ਭਾਵ ਆ ਕਿ ਅਜੇ ਲੋਕੀ ਇਹਨਾਂ ਨੂੰ ਸਪੇਸ ਦੇ ਰਹੇ ਆ। ਅਜੇ ਮੈਂ ਦੋਸਤੋ ਇੱਕ ਗੱਲ ਹੋਰ ਦੱਸ ਦਿਆਂ, ਪਿਛਲੇ ਦਿਨਾਂ ਦੇ ਵਿੱਚ ਮੈਂ ਲੁਧਿਆਣੇ 'ਚ ਇੱਕ ਸਮਾਗਮ 'ਚ ਸੀਗਾ ਜੀ, ਔਰ ਇਹ ਸਰਕਾਰ ਬਣਨ ਤੋਂ ਬਾਅਦ ਦੀ ਗੱਲ, ਕਾਫੀ ਦੇਰ ਬਾਅਦ ਦੀ ਗੱਲ ਆ, ਤੇ ਮੈਨੂੰ ਸਭ ਜਿੰਨੇ ਉੱਥੇ ਲੋਕ ਮਿਲੇ ਸਭ ਨੇ ਇੱਕ ਗੱਲ ਕਹੀ ਕਿ ਤੁਹਾਡੇ ਮੰਚ ਤੋਂ ਸਭ ਤੋਂ ਸਟੀਕ ਟਿੱਪਣੀ ਪ੍ਰੋਫੈਸਰ ਜਗਰੂਪ ਸੇਖੋਂ ਦੀ ਸੀ। ਸਾਰੇ ਬੰਦਿਆਂ ਨੇ ਇੱਕ ਗੱਲ ਨੌਕ ਕਰਾਈ, ਮੈਨੂੰ ਦਸਤਕ ਦਿੱਤੀ ਕਿ ਜਦੋਂ ਸਾਰੇ ਦੁਬਦਾ 'ਚ ਸੀਗੇ ਕਿ ਆਮ 45 ਲੈ ਜੂ ਜਾਂ 50, ਤੇ ਪ੍ਰੋਫੈਸਰ ਸੇਖੋਂ ਕਹਿ ਰਹੇ ਸੀ ਵੀ ਸਰਕਾਰ ਉਹਨਾਂ ਦੀ ਆ ਰਹੀ ਆ, ਦੂਜਿਆਂ ਨੂੰ ਰੱਦ ਕੀਤਾ ਜਾ ਰਿਹਾ, ਥੱਲੇ ਧਰਾਤਲ ਤੇ ਕੁਝ ਹੋਰ ਆ, ਔਰ ਉਹ ਸੱਚ ਸਾਬਤ ਹੋਈ। ਅੱਜ ਦੇ ਦਿਨ ਦੇ ਵਿੱਚ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਬਿਜਲੀ ਦਾ ਸੰਕਟ ਬੜਾ ਵੱਡਾ ਹੈ ਹਾਂਜੀ। ਇਸ ਵਾਰੀ ਗਰਮੀ ਅੱਤ ਪੈ ਗਈ ਪਹਿਲਾਂ ਹੀ, ਜਿਹਦੇ ਨਾਲ ਦਾਣਾ ਵੀ ਸੁੱਕ ਗਿਆ, ਕਣਕ ਦਾ ਦਾਣਾ ਬਹੁਤ ਸੁੰਗੜ ਗਿਆ। ਇਹ ਸਾਰੇ ਮਾਮਲੇ ਆਉਂਦੇ ਦਿਨਾਂ ਦੇ ਵਿੱਚ ਅੱਗੇ ਆਉਣਗੇ। ਕੇਂਦਰ ਸਪੋਰਟ ਨਹੀਂ ਕਰੂਗਾ, ਕੇਂਦਰ ਨਾਲ ਕੇਜਰੀਵਾਲ ਦਾ ਟਕਰਾਅ ਚੱਲ ਰਿਹਾ। ਐਸੀ ਸਥਿਤੀ ਦੇ ਵਿੱਚ ਭਗਵੰਤ ਮਾਨ ਨੂੰ ਲੈ ਕੇ ਤੁਹਾਡੀ ਟਿੱਪਣੀ ਕੀ ਹੈ, ਜਦੋਂ ਕਿ ਇਹ ਵੀ ਮੋਟੇ ਤੌਰ ਤੇ ਦੋਸ਼ ਲੱਗ ਰਿਹਾ ਕਿ ਉਹਨੂੰ ਚਲਾਉਣ ਵਾਲੇ ਦਿੱਲੀ ਤੋਂ ਨੇ। ਇਹ ਵੀ ਦੋਸ਼ ਲੱਗਦਾ ਹੈ ਕਿ ਭਗਵੰਤ ਮਾਨ ਪੂਰੀ ਤਰ੍ਹਾਂ ਸੁਤੰਤਰ ਨਹੀਂ ਗੇ, ਉਹਨਾਂ ਨੂੰ ਉਹ ਤਾਂ ਸਿੱਧੂ ਰਬੜ ਦਾ ਗੁੱਡਾ ਕਹਿੰਦੇ ਆ, ਕੋਈ ਕਹਿੰਦਾ ਹੈ ਕਿ ਉਹਨਾਂ ਦੀ ਡੋਰ ਕਿਸੇ ਦੇ ਹੱਥ ਵਿੱਚ ਆ। ਐਸੀਆਂ ਪਰਿਸਥਿਤੀਆਂ 'ਚ ਭਗਵੰਤ ਮਾਨ ਲਈ ਕਿੰਨੇ ਕੁ ਸੁਖਾਵੇਂ ਹਾਲਾਤ ਰਹਿਣਗੇ? ਮੈਨੂੰ ਲੱਗਦਾ ਜੀ ਭਗਵੰਤ ਮਾਨ ਜੀ ਬਹੁਤ ਕੰਫਰਟੇਬਲ ਪੋਜੀਸ਼ਨ ਦੇ ਵਿੱਚ ਹੈਗੇ ਆ। 92 ਉਹਨਾਂ ਕੋਲ MLAs ਹੈਗੇ ਆ, ਉਹ MLA ਪੰਜਾਬ ਦੇ ਆ। ਉਹ ਜਿਹੜੇ ਚੁਣੇ ਗਏ ਉਹ MLA ਪੰਜਾਬ ਦੇ ਆ, ਔਰ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਚੁਣਿਆ। ਉਹ ਮੇਰੇ ਖਿਆਲ ਉਹ ਲੋਕ ਹੈਗੇ ਆ ਕਿ ਜਿਹੜੇ ਪੰਜਾਬ ਦੇ ਧਰਾਤਲ ਨੂੰ, ਪੰਜਾਬ ਦੀਆਂ ਸਮੱਸਿਆ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਆ। ਔਰ ਉਹ ਇੱਦਾਂ ਦੇ ਵੀ ਉਹਨਾਂ 'ਚੋਂ ਬਹੁਤ ਵੱਡੇ ਲੋਕ, ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਹੈ ਕਿ ਜਿਹੜੇ ਆਮ ਸਧਾਰਨ ਘਰਾਂ ਦੇ ਵਿੱਚੋਂ ਆਏ ਆ, ਜਿਹੜੇ ਡੇ 1 ਤੋਂ ਇਲੈਕਸ਼ਨ ਦਾ ਰਿਜ਼ਲਟ ਆਉਣ ਤੋਂ ਅਜੇ ਉਹਨਾਂ ਨੇ ਸਹੁੰ ਨਹੀਂ ਸੀ ਚੁੱਕੀ, ਭਾਵੇਂ ਕੋਈ ਗੱਲ ਬਹੁਤੀ ਸੰਵਿਧਾਨਕ ਨਹੀਂ ਸੀਗੀ, ਉਹ ਆਪੋ ਆਪਣੇ ਕੰਮਾਂ ਦੇ ਵਿੱਚ ਲੱਗ ਗਏ ਆ। ਹਾਂ, ਇਹ ਗੱਲ ਜ਼ਰੂਰ ਹੈ ਕਿ ਭਗਵੰਤ ਮਾਨ ਲਈ ਜਿਹੜੀਆਂ ਤੁਸੀਂ ਗੱਲ ਕੀਤੀ ਆ ਕੇਜਰੀਵਾਲ, ਮੈਂ ਤਾਂ ਇਹ ਗੱਲ ਹੁਣ ਕਹਿਣਾ ਚਾਹੁੰਦਾ ਇਹਦੇ ਵਿੱਚ, ਇਸ ਵੇਲੇ ਭਗਵੰਤ ਮਾਨ ਜੀ ਜਿਹੜੇ ਆ ਉਹ ਕੇਜਰੀਵਾਲ ਤੇ ਡਿਪੈਂਡੈਂਟ ਨਹੀਂ ਹੈ, ਕੇਜਰੀਵਾਲ ਭਗਵੰਤ ਮਾਨ ਦੇ ਉੱਤੇ ਡਿਪੈਂਡੈਂਟ ਹੈ। ਬਿਹਤਰੀਨ। ਹਾਂ, ਭਗਵੰਤ ਮਾਨ ਦੀ ਪੋਜੀਸ਼ਨ ਜਿਹੜੀ ਆ ਇਸ ਵੇਲੇ ਬਹੁਤ ਹੀ ਜਿਹੜੀ ਹੈਗੀ ਆ ਸਰਮੌਰ ਪੋਜੀਸ਼ਨ ਹੈਗੀ ਆ। ਦੂਸਰਾ ਇਹ ਪੰਜਾਬ ਹੈਗਾ, ਜੇ ਉਹ ਕਿਸੇ ਕਿਸਮ ਦੀ, ਠੀਕ ਆ, ਬਿਗਨਿੰਗ ਦੇ ਵਿੱਚ ਤੁਸੀਂ 5 ਬੰਦਿਆਂ ਦੀ ਗੱਲ ਕੀਤੀ, ਉਹ ਹੋ ਗਈ, ਇਹ ਗੱਲ ਉਹਨਾਂ ਕੋਲ ਵੀ ਪਹੁੰਚ ਗਈ ਆ ਵੀ ਜਿਸ ਕਿਸਮ ਦੇ ਲੋਕ ਉਹਨਾਂ ਨੇ ਚੁਣਿਆ, ਪੰਜਾਬ ਦੇ ਲੋਕ ਉਹਨਾਂ ਨੂੰ ਲਾਈਕ ਨਹੀਂ ਕਰਦੇ। ਕੇਜਰੀਵਾਲ ਸਾਹਿਬ ਦਾ ਏਜੰਡਾ ਇਹ ਹੈਗਾ ਕਿ ਭਗਵੰਤ ਮਾਨ ਨੂੰ ਜਿਹੜਾ ਹੈਗਾ ਇਹਨਾਂ ਦੇ ਮੋਢਿਆਂ ਨੂੰ ਵਰਤ ਕੇ ਅਸੀਂ ਦੂਸਰੀਆਂ ਸਟੇਟਾਂ ਦੇ ਵਿੱਚ ਆਪਣਾ ਪੈਰ ਧਰੀਏ। ਪਰ ਸਾਰੀਆਂ ਸਟੇਟਾਂ ਪੰਜਾਬ ਵਰਗੀਆਂ ਨਹੀਂ ਹੁੰਦੀਆਂ। ਜਿਸ ਕਿਸਮ ਦਾ ਰਿਸਪੌਂਸ ਪੰਜਾਬ ਹਮੇਸ਼ਾ ਪਿਛਲੇ ਸਮੇਂ ਤੋਂ, ਸਦੀਆਂ ਤੋਂ ਤਬਦੀਲੀ ਵਾਸਤੇ ਦਿੰਦਾ ਵਾ, ਉਹ ਨਾ ਤੇ ਗੁਜਰਾਤ ਹੀ ਦਊਗਾ, ਨਾ ਉਹਨੂੰ ਯੂਪੀ ਨੇ ਦੇਣਾ ਵਾ, ਨਾ ਉਹਨੂੰ ਬਿਹਾਰ ਨੇ ਦੇਣਾ ਵਾ, ਨਾ ਉਹਨੂੰ ਉੱਤਰਾਖੰਡ ਨੇ ਦੇਣਾ, ਨਾ ਹਰਿਆਣੇ ਨੇ ਵੀ ਸ਼ਾਇਦ ਨਾ ਹੀ ਦਵੇ। ਤੋ ਇਸ ਕਰਕੇ ਭਗਵੰਤ ਮਾਨ ਸਾਹਿਬ ਨੂੰ, ਕਿਉਂਕਿ ਇਹ ਪੰਜਾਬ ਦੇ ਲੀਡਰ ਹੈਗੇ ਆ, ਪੰਜਾਬ ਬਾਰੇ ਹੀ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਚੁਣਿਆ ਹੈ, ਥੋੜਾ ਸਮਾਂ ਇਹ ਵੀ ਹਨੀਮੂਨ ਠੀਕ ਠਾਕ ਚੱਲੂਗਾ। ਪਰ ਮੈਨੂੰ ਲੱਗਦਾ ਵੀ ਜੇ ਕਿਸੇ ਵੇਲੇ ਆ ਕੇ ਉਹਨਾਂ ਨੇ ਜ਼ਿਆਦਾ ਦਖਲਅੰਦਾਜ਼ੀ ਸ਼ੁਰੂ ਕਰ ਦਿੱਤੀ ਤੇ ਭਗਵੰਤ ਮਾਨ ਜਿਹੜੇ ਹੈਗਾ ਵਾ, ਹੋ ਸਕਦਾ ਕਿ ਉਹਨਾਂ ਨੂੰ ਕਲੀਅਰ ਕੱਟ ਸਟੈਂਡ ਲੈਣਾ ਪਵੇ, ਕਿਉਂਕਿ ਉਹ ਜ਼ਿੰਮੇਵਾਰ ਹੈਗੇ ਪੰਜਾਬ ਦੇ ਲੋਕਾਂ ਨੂੰ। ਕੇਜਰੀਵਾਲ ਸਾਹਿਬ ਜਿਹੜੇ ਹੈਗੇ, ਉਹਨਾਂ ਦੀ ਰਾਜਨੀਤੀ ਹੈਗੀ ਨੈਸ਼ਨਲ ਲੈਵਲ ਦੀ, ਉਹਨਾਂ ਦੀ ਰਾਜਨੀਤੀ ਹੈਗੀ ਕੌਮੀ ਨੀਤੀ ਹੈਗੀ ਆ। ਠੀਕ ਆ, ਉਹਨਾਂ ਦੇ ਉਹ ਜਿਹੜੇ ਹੈਗੇ ਕਨਵੀਨਰ ਹੈਗੇ ਆ, ਉਹਨਾਂ ਦੇ ਪ੍ਰੈਜ਼ੀਡੈਂਟ ਹੈ, ਜਿਹੜਾ ਪਾਰਟੀ ਦੇ ਵਿੱਚ ਜੋ ਉਹਨਾਂ ਦਾ ਸਿਸਟਮ ਬਣਿਆ ਹੈ, ਪਾਰਟੀ ਤਾਂ ਆਪਾਂ ਨਹੀਂ ਕਹਿ ਸਕਦੇ ਆਮ, ਮੈਂ ਕਿਉਂਕਿ ਅਜੇ ਤੱਕ ਵੀ ਇਹ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਕਿ ਆਮ ਆਦਮੀ ਪਾਰਟੀ ਜਿਹੜੀ ਉਹ ਪਾਰਟੀ ਅਜੇ ਉਹਨਾਂ ਨੇ ਸਫ਼ਰ ਤੈਅ ਕਰਨਾ, ਉਹ ਅਜੇ ਬਹੁਤ ਉਹਦਾ ਢਾਂਚਾ ਬਣਾਉਣਾ ਹੈਗਾ, ਉਹਦੇ ਵਿੱਚ ਉਹਦੀਆਂ ਇਲੈਕਸ਼ਨਸ ਹੋਣੀਆਂ ਵਾ, ਉਹਦੀ ਇੱਕ ਡੈਮੋਕ੍ਰੇਟਿਕ ਤਰੀਕੇ ਦੇ ਨਾਲ ਪ੍ਰਧਾਨ ਚੁਣੇ ਜਾਣੇ ਆ, ਸਟੇਟਾਂ ਦੇ ਪ੍ਰਧਾਨ, ਉਹ ਬਹੁਤ ਵੱਡੀ ਗੱਲ। ਤੇ ਮੈਨੂੰ ਲੱਗਦਾ ਕਿ ਕਿਉਂਕਿ ਗਿਣਤੀ ਬਹੁਤ ਜ਼ਿਆਦਾ ਹੈ, 92 ਉਹਨਾਂ ਕੋਲ MLA ਸਾਹਿਬ ਹੈਗੇ ਆ, ਤਾਂ ਭਗਵੰਤ ਮਾਨ ਲਈ ਕੋਈ ਬਹੁਤ ਵੱਡੀ ਜਿਹੜੀ ਸਮੱਸਿਆ ਨਹੀਂ ਹੈਗੀ। ਹਾਂ, ਜਿਹੜੀ ਤੁਸੀਂ ਕੇਂਦਰ ਦੀ ਗੱਲ ਕੀਤੀ ਹੈ, ਕੇਂਦਰ ਨੇ ਕਦੀ ਵੀ ਪੰਜਾਬ ਦੇ ਨਾਲ ਬਹੁਤ ਵਧੀਆ ਜਿਹੜਾ ਉਹਨਾਂ ਨੇ ਨਹੀਂ ਕੀਤਾ। ਦੂਸਰੀ ਗੱਲ ਹੈ ਕਿ ਪੰਜਾਬ ਨੂੰ ਕਦੀ ਵੀ ਕਿਸੇ ਸਮੱਸਿਆ ਨੂੰ ਹੱਲ ਕਰਨ ਵਾਸਤੇ ਦੂਸਰਿਆਂ ਵਾਲੇ ਪਾਸੇ ਟੇਕ ਨਹੀਂ ਰੱਖਣੀ ਚਾਹੀਦੀ। ਪੰਜਾਬ ਲੀਡ ਲੈਂਦਾ ਵਾ ਦੂਸਰਿਆਂ ਦੀਆਂ ਸਮੱਸਿਆ ਹੱਲ ਕਰਨ ਵਾਸਤੇ। ਸਾਡੇ ਕੋਲ ਸਾਧਨ ਬਹੁਤ ਸਾਰੇ ਹੈਗੇ ਆ, ਸਾਡੇ ਕੋਲ ਰਿਸੋਰਸ ਬਹੁਤ ਜ਼ਿਆਦਾ ਹੈਗੇ ਆ, ਪਰ ਕਿਉਂਕਿ ਪ੍ਰੋਬਲਮ ਢਾਂਚਾਗਤ ਹੈ। ਤੁਸੀਂ ਦੇਖਿਆ ਪਿੱਛੇ ਕਿਸਾਨਾਂ ਦੀ ਇੱਕ ਮੀਟਿੰਗ ਹੋਈ ਆ, ਕਿਸਾਨਾਂ ਨੇ ਕਿਹਾ ਸਾਨੂੰ ਪਤਾ ਪਾਣੀ ਥੱਲੇ ਜਾ ਰਿਹਾ, ਵਾਤਾਵਰਨ ਜਿਹੜਾ ਖਰਾਬ ਹੋ ਰਿਹਾ, ਅਸੀਂ ਜਿਹੜੀ ਡਾਇਰੈਕਟ ਜਿਹੜੀ ਹੈਗੀ ਸੀਡ ਜਿਹੜੀ ਆਪਣੀ ਕਰਨੀ ਚਾਹੁੰਦੇ ਆ, ਸੀਡਿੰਗ ਕਰਨੀ ਚਾਹੁੰਦੇ ਆ, ਉਹਦੇ ਲਈ ਤਿਆਰ ਹੈਗੇ ਆ, ਆਲਟਰਨੇਟਿਵ ਜਿਹੜੀ ਕ੍ਰੌਪਸ ਵਾਸਤੇ ਤਿਆਰ ਹੈਗੇ ਆ, ਉਹ ਵੀ ਉਹਨੇ ਕੰਸਰਨ ਹੈਗੇ। ਸੋ ਮੇਰਾ ਕਹਿਣ ਤੋਂ ਭਾਵ ਕਿ ਇਹ ਹੈਗਾ ਕਿ ਭਗਵੰਤ ਮਾਨ ਜੇ ਸਾਰੇ ਸਟੇਕ ਹੋਲਡਰਸ ਹੈ, ਸਭ ਤੋਂ ਵੱਡੇ ਜਿਹੜੇ ਸਟੇਕ ਹੋਲਡਰਸ ਹੈ, ਮੈਂ ਕਹੂੰ ਇਹ ਪੰਜਾਬ ਦੀ ਕਿਸਾਨੀ ਆ। ਮੈਂ ਤੁਹਾਡੇ ਵੱਲ ਆਉਣਾ, ਮੈਂ ਇੱਕ ਚੀਜ਼ ਫਿਰ ਦੱਸਦਾ, ਸਾਡੇ ਨਾਲ ਸੇਖੋਂ ਸਾਹਿਬ ਹੋਇਆ ਕਰਨਗੇ ਅਕਸਰ, ਅਸੀਂ ਸਟੂਡੀਓ ਦੇ ਵਿੱਚ ਮਿਲਿਆ ਕਰਾਂਗੇ ਲਗਾਤਾਰ, ਸਾਨੂੰ ਇਹ
ਥੋੜਾ ਜਿਹਾ ਫਾਇਦਾ ਹੈ ਕਿ ਪ੍ਰੋਫੈਸਰ ਸਾਹਿਬ ਅੰਮ੍ਰਿਤਸਰ 'ਚ ਰਹਿੰਦੇ ਆ। ਵੱਡੀ ਗੱਲ ਇਹ ਹੈ ਕਿ 2014 ਤੋਂ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਅਜੇ NGO ਹੀ ਸੀ, ਹੁਣ ਵੀ ਤਾਂ NGO ਹੀ ਕਹਿੰਦੇ ਨੇ, ਉਦੋਂ ਪ੍ਰੋਫੈਸਰ ਸਾਹਿਬ ਟਿਕਟਾਂ ਲਈ ਜਿਹੜੇ ਟਿਕਟਾਂ ਦੇਣ ਵਾਲਿਆਂ 'ਚ ਜਾਂ ਜਿਹੜੀ ਸਕਰੀਨਿੰਗ ਕਮੇਟੀ ਦੇ ਵਿੱਚ ਸੀਗੇ। ਔਰ ਹੁਣ ਜਿਹੜੇ ਗਾਂਧੀ ਸਾਹਿਬ ਤੋਂ ਲੈ ਕੇ ਪ੍ਰੋਫੈਸਰ ਸਾਧੂ ਸਿੰਘ, ਇਹਨਾਂ ਦੀ ਚੋਣ ਇੱਕ ਗਰੁੱਪ ਦੇ ਵਿੱਚ ਚੋਣ ਇਹਨਾਂ ਵੱਲੋਂ ਕੀਤੀ ਗਈ। ਇੱਕ ਗੱਲ ਇਹਨਾਂ ਦਿਲਚਸਪ ਕੀਤੀ ਹੈ, ਜਿੱਥੋਂ ਮੈਂ ਗੱਲ ਅੱਗੇ ਵਧਾਉਣੀ ਆ, ਕਿ ਪੰਜਾਬ ਵਰਗਾ ਹੁੰਗਾਰਾ ਸ਼ਾਇਦ ਹੀ ਗੁਜਰਾਤ ਚੋਂ ਮਿਲੇ, ਹਰਿਆਣੇ ਚੋਂ ਮਿਲੇ ਜਾਂ ਕਿਤੇ ਹੋਰ ਮਿਲੇ, ਕਿਉਂਕਿ 14 ਦੇ ਵਿੱਚ ਕੇਜਰੀਵਾਲ ਸਾਹਿਬ ਨੂੰ ਇੱਥੋਂ ਹੀ ਮਿਲਿਆ ਤੇ ਇੱਥੋਂ ਹੀ ਉਹਨਾਂ ਦੇ ਪੈਰ ਲੱਗੇ। ਦਿੱਲੀ ਵੀ ਮੈਨੂੰ ਲੱਗਦਾ ਦਿੱਲੀ 'ਚ ਪੈਰ ਵੀ ਇੱਥੋਂ ਹੀ ਲੱਗਿਆ, ਉਸ ਤੋਂ ਬਾਅਦ ਉਹਨਾਂ ਨੂੰ ਵੱਡੀਆਂ ਜਿੱਤਾਂ ਮਿਲੀਆਂ ਜੀ। ਪਰ ਮੈਂ ਫਿਰ ਵੀ ਪੁੱਛਣਾ ਚਾਹੁੰਦਾ ਹੈ, ਕਿਸੇ ਮੌਕੇ ਤੇ ਜਾ ਕੇ ਜੇ ਕਿਤੇ ਪਾਣੀ ਸਿਰੋਂ ਲੰਘਦਾ ਦਿਸਿਆ, ਵੈਸੇ ਇਹ ਗੱਲ ਮੈਨੂੰ ਕਈ ਵਾਰੀ ਗੈਰ ਰਸਮੀ ਗੱਲਬਾਤ 'ਚ ਭਗਵੰਤ ਮਾਨ ਦੇ ਮਿੱਤਰਾਂ ਨੇ ਕਹੀ ਹੈ ਕਿ ਜਿਹੜਾ ਬੰਦਾ ਇੰਨਾ ਕੁਝ ਸਹਿ ਕੇ ਇੱਥੋਂ ਤੱਕ ਪਹੁੰਚ ਗਿਆ, ਬਿਲਕੁਲ ਉਲਟ ਹਾਲਾਤਾਂ 'ਚ, ਕੇਜਰੀਵਾਲ ਸਾਹਿਬ ਕੋਲ ਕਈ ਆਏ ਕਈ ਚਲੇ ਗਏ, ਜੇ ਕੋਈ ਬੰਦਾ ਟਿਕਿਆ ਰਿਹਾ ਉਲਟ ਹਵਾਵਾਂ ਦੇ ਚਲਦਿਆਂ ਵੀ, ਉਹ ਸਿੱਧੂ ਸਾਹਿਬ ਨੇ ਪਾਤਰ ਦਾ ਸ਼ੇਰ ਕਿਹਾ ਸੀ ਨਾ ਵੀ ਉੱਠ ਜਗਾ ਦੇ ਮੋਮਬੱਤੀਆਂ, ਇੱਥੇ ਤੇ ਵਗਦੀਆਂ ਹੀ ਰਹਿਣੀਆਂ ਪੌਣਾ ਕੁ ਪੱਤੀਆਂ। ਸੋ ਮੈਨੂੰ ਲੱਗਦਾ ਵੀ ਜਿਹੜਾ ਬੰਦਾ ਇੱਥੋਂ ਤੱਕ ਆ ਸਕਦਾ, ਉਹਦੇ ਲਈ ਅਗਲਾ ਸਫ਼ਰ ਵੀ ਉਹਨੇ ਸ਼ਾਇਦ ਪਹਿਲਾਂ ਹੀ ਸੋਚਿਆ ਹੋਵੇ, ਵਿਉਂਤਿਆ ਹੋਵੇ। ਮੈਨੂੰ ਇਹ ਲੱਗਦਾ ਕਿ ਬਹੁਤ ਇੰਪੋਰਟੈਂਟ ਕੁਐਸਚਨ ਹੈਗਾ। ਸਾਨੂੰ ਜਿਹੜੀ ਦੇਸ਼ ਦੀ ਜਿਹੜੀ ਨਾ ਰਾਜਨੀਤੀ ਨੂੰ ਸਮਝਣ ਵਾਸਤੇ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਜਿਨ੍ਹਾਂ ਸਟੇਟਾਂ ਦੇ ਵਿੱਚ ਰੀਜਨਲ ਪਾਰਟੀ ਹੈਗੀ ਆ, ਉਹ ਸਟੇਟਾਂ ਦੇ ਜਿਹੜੇ ਲੋਕਾਂ ਪ੍ਰਤੀ ਉਹਦੀ ਹਮਦਰਦੀ ਤੇ ਉਹਨਾਂ ਪ੍ਰਤੀ ਵੈਲਫੇਅਰ ਦੇ ਕੰਮ ਜ਼ਿਆਦਾ ਕਰਦੀ ਆ। ਅਕਾਲੀ ਦਲ ਦਾ ਪਿਛਲੇ 20 ਸਾਲ ਦਾ ਇਤਿਹਾਸ ਛੱਡ ਦਿਓ, 97 ਤੋਂ ਬਾਅਦ ਵਾਲਾ, ਉਹ ਤੋਂ ਪਹਿਲਾਂ ਜਿਹੜਾ ਅਕਾਲੀ ਦਲ ਸੀਗਾ, ਮੈਂ ਆਪਣੀ ਲਾਈਫ ਦੇ ਵਿੱਚ 77 ਤੋਂ 79 ਤੱਕ ਜਿਹੜਾ ਅਕਾਲੀ ਦਲ ਦਾ ਰਾਜ ਦਾ ਮੁਲਾਂਕਣ ਕਰਾਂ, ਜਾਂ ਉਹ ਤੋਂ ਪਹਿਲੋਂ ਅਕਾਲੀ ਦਲ ਦਾ ਜਿੰਨਾ ਹੋਇਆ 67 ਤੋਂ ਬਾਅਦ, ਉਹ ਲੋਕਾਂ ਦਾ ਰਾਜ ਹੁੰਦਾ ਸੀ। 97 ਤੋਂ ਬਾਅਦ ਇਹ ਸਾਰਾ ਜਿਹੜਾ ਗੜਬੜ ਸ਼ੁਰੂ ਹੋ ਗਈ। ਜਿਨ੍ਹਾਂ ਸਟੇਟਾਂ ਦੇ ਵਿੱਚ ਰੀਜਨਲ ਪਾਰਟੀ ਹੈਗੀ ਆ, ਉਹ ਤੁਸੀਂ ਦੇਖੋ ਵੀ ਲੋਕਾਂ ਦਾ ਲਗਾਓ ਉਹਦੇ ਨਾਲ ਜਾਂਦਾ, ਬਸ਼ਰਤੇ ਕਿ ਉਹ ਰੀਜਨਲ ਪਾਰਟੀ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਨਾ ਬਹਿ ਜਾਵੇ। ਮੈਨੂੰ ਇਹ ਲੱਗਦਾ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਜੇ ਇਹਦਾ ਬਹੁਤ ਜ਼ਿਆਦਾ ਖਿਲਾਰ ਨਹੀਂ ਹੁੰਦਾ, ਜੇ ਇਹ ਨੈਸ਼ਨਲ ਪਾਰਟੀ ਦੇ ਤੌਰ ਤੇ ਨਹੀਂ ਉੱਭਰਦੀ, ਰੀਜਨਲ ਪਾਰਟੀ ਰਹਿੰਦੀ ਹੈ, ਤੇ ਫਿਰ ਰੀਜਨਲ ਪਾਰਟੀ ਪੰਜਾਬ ਦੇ ਵਿੱਚ ਤਾਂ ਇਹ ਐਸਟੈਬਲਿਸ਼ ਹੋ ਚੁੱਕੀ ਆ। ਔਰ ਇਹਦੇ ਲਈ ਸਭ ਤੋਂ ਵੱਡਾ ਜਿਹੜਾ ਡੇਂਜਰ ਹੈਗਾ, ਮੈਨੂੰ ਲੱਗਦਾ ਵੀ ਉਹ ਅਕਾਲੀ ਦਲ ਨੂੰ ਆ, ਜਿਹੜਾ ਅਜੇ ਤੱਕ ਵੀ ਉਹ ਸਦਮੇ ਚੋਂ ਨਾ ਤਾਂ ਉੱਭਰ ਹੀ ਸਕਿਆ ਹੈ, ਨਾ ਉਹਨਾਂ ਨੂੰ ਲੋਕਾਂ ਵਾਲੇ ਪਾਸੇ। ਇੱਕ ਸਵਾਲ ਲੈ ਲਓ ਨਾਲ, ਅਕਾਲੀ ਦਲ ਨਰੋਲ ਸਿੱਖਾਂ ਦੀ ਪਾਰਟੀ ਹੈ, ਨਰੋਲ ਹੁਣ ਉਹਨਾਂ ਭਾਵੇਂ ਬਦਲ ਲਿਆ ਰਾਹ ਰਸਤਾ, ਪਰ ਭਗਵੰਤ ਮਾਨ ਤਾਂ ਭਗਵੰਤ ਸਿੰਘ ਮਾਨ ਵੀ ਨਹੀਂ ਬਣਨਾ ਚਾਹ ਰਹੇ, ਇਹ ਲੋਕਾਂ ਦਾ ਦੋਸ਼ ਹੈ। ਸੋ ਕੀ ਖੇਤਰੀ ਪਾਰਟੀ, ਸਿੱਖਾਂ ਦੀ ਪਾਰਟੀ ਦਾ ਸਥਾਨ, ਸਪੇਸ ਆਮ ਆਦਮੀ ਪਾਰਟੀ ਖਾ ਸਕਦੀ ਹੈ? ਮੈਨੂੰ ਇਹ ਲੱਗਦਾ ਵੀ ਆਪਾਂ ਅਕਾਲੀ ਦਲ ਨੂੰ ਸਿੱਖਾਂ ਦੀ ਪਾਰਟੀ ਨਾ ਕਰੀਏ, ਅਸੀਂ ਗੁਰੂਆਂ ਦੇ ਪ੍ਰਿੰਸੀਪਲ ਤੇ ਚੱਲਦੇ ਹਾਂ। ਸਾਡੇ ਗੁਰੂ ਤਾਂ ਸਰਬ ਸਾਂਝੀਵਾਲਤਾ ਦੀ ਗੱਲ ਕਰਦੇ ਸੀ। ਸਾਡੇ ਗੁਰੂਆਂ ਨੇ ਉਦੋਂ ਗਲੋਬਲ ਵਰਲਡ ਦੀ ਗੱਲ ਕੀਤੀ ਹੈ, ਮਨੁੱਖਤਾ ਦੀ ਗੱਲ ਕੀਤੀ ਹੈ, ਜਦੋਂ ਕਿਸੇ ਦੀ ਇਹ ਸੋਚ ਦੇ ਵਿੱਚ ਵੀ ਨਹੀਂ ਹੁੰਦਾ। ਇਹ ਠੀਕ ਆ, ਅਕਾਲੀ ਦਲ ਨੂੰ ਸੌੜੇ ਹਿੱਤਾਂ 'ਚ ਜਿਹੜਾ ਜਦੋਂ ਪਹੁੰਚਿਆ ਵਾ, ਇਹਨੂੰ ਏਜੰਡੇ ਦੇ ਤੌਰ ਤੇ ਵਰਤਿਆ। ਤੁਸੀਂ ਦੇਖੋ ਕਿ ਜਿਹੜਾ ਪਿਛਲੇ ਸਮੇਂ ਤੋਂ ਜਦੋਂ ਤੋਂ ਅਕਾਲੀ ਦਲ 1921 ਦੇ ਵਿੱਚ ਬਣੀ ਸੀ, ਉਹਦੇ ਮੁੱਦੇ ਕਿਹੜੇ ਸੀਗੇ? ਉਹਦੇ ਮੁੱਦੇ ਪੰਜਾਬ ਸੀਗੇ, ਚਾਹੇ ਉਹ ਯੂਨਾਈਟਿਡ ਪੰਜਾਬ ਸੀ 47 ਤੋਂ ਪਹਿਲੋਂ, ਉਦੋਂ ਵੀ ਜਿਹੜਾ ਹੈਗਾ ਸੀ ਉਹ ਆਮ ਲੋਕਾਂ ਲਈ ਲੜਦੀ ਸੀਗੀ। ਉਹ ਤੋਂ ਬਾਅਦ ਵੀ ਪੰਜਾਬੀ ਸੂਬੇ ਦੀ ਗੱਲ ਕੀਤੀ, ਕਿਉਂਕਿ ਲਿੰਗੁਇਸਟਿਕ ਬੇਸਿਸ ਤੇ ਸੂਬੇ ਬਣਨੇ ਸੀ, ਉਹ ਤੋਂ ਬਾਅਦ ਵੀ ਚੱਲਦਾ ਰਿਹਾ। ਇਹ ਤਾਂ ਖਾਸ ਕਰਕੇ ਜਦੋਂ ਇਹਨਾਂ ਨੇ ਬਹੁਤ ਇਹਨੂੰ ਸੰਕੀਰਨ ਬਣਾ ਦਿੱਤਾ, ਜਾਂ ਜਦੋਂ ਪੰਜਾਬ ਦੇ ਵਿੱਚ ਖਾਸ ਕਰਕੇ ਹਾਲਾਤ ਮਾੜੇ ਆਏ ਸੀਗੇ 78 ਦੇ। ਰਾਜਨੀਤੀ ਇੱਕ ਸਦਾ ਚੱਲਣ ਵਾਲੀ ਪ੍ਰਕਿਰਿਆ ਹੁੰਦੀ ਹੈ, ਚ ਅਪਸ ਐਂਡ ਡਾਊਨਸ ਬਹੁਤ ਹੁੰਦੀਆਂ, ਔਰ ਉਹ ਅਪਸ ਐਂਡ ਡਾਊਨਸ ਨੂੰ ਐਡਜਸਟ ਕਰਨ ਵਾਸਤੇ ਪੋਲੀਟੀਕਲ ਪਾਰਟੀ ਨੂੰ ਪੈਂਤੜੇ ਬਦਲਣੇ ਪੈਂਦੇ ਆ। ਤਾਂ ਪੈਂਤੜਾ ਅਕਾਲੀ ਦਲ ਨੇ ਬਦਲਿਆ ਉਹਦੇ ਵਿੱਚੋਂ, ਕਿਉਂਕਿ ਇਹਨਾਂ ਨੂੰ ਲੱਗਾ ਵੀ ਕੰਪੀਟੀਸ਼ਨ ਟਫ ਹੋ ਗਿਆ ਹੈ। ਪਰ ਮੈਨੂੰ ਲੱਗਦਾ ਵੀ ਜੇ ਅਕਾਲੀ ਦਲ ਲੋਕਾਂ ਦੀ ਪਾਰਟੀ ਬਣੀ ਰਹਿੰਦੀ, ਇਹ ਪਾਰਟੀ ਕੁਝ ਲੋਕਾਂ ਦੀ ਬਣ ਕੇ ਬਹਿ ਗਈ, ਜਿਹੜੇ ਖਾਸ ਕਰਕੇ ਉਹ ਸਿੱਖ ਵੀ ਹੋ ਸਕਦੇ। ਪਰ ਉਹਦੇ 'ਚ ਇੱਕ ਚੀਜ਼ ਤੁਸੀਂ ਮਾਈਨਸ ਨਹੀਂ ਕਰ ਸਕਦੇ, ਸਗੋਂ ਮੈਨੂੰ ਸਮਝਾ ਵੀ ਦਿਓ, ਕਿਉਂਕਿ ਤੁਸੀਂ ਪ੍ਰੋਫੈਸਰ ਵੀ ਹੋ। ਇੱਕ ਚੀਜ਼ ਕਿ ਅਕਾਲੀ ਦਲ ਬੇਸ਼ੱਕ ਸੰਤ ਫਤਿਹ ਸਿੰਘ ਨੂੰ ਦੇਖ ਲਈਏ, ਮਾਸਟਰ ਤਾਰਾ ਸਿੰਘ ਨੂੰ ਦੇਖ ਲਈਏ, ਉਸ ਤੋਂ ਬਾਅਦ ਆਪਾਂ ਲੌਂਗੋਵਾਲ ਨੂੰ ਦੇਖ ਲੈਂਦੇ ਹਾਂ, ਤੇ ਫਿਰ ਬਾਦਲ ਸਾਹਿਬ। ਸਵਾਲ ਇਹ ਆ ਕਿ ਇਹ ਪੰਥਕ ਪੱਤਾ ਖੇਡਦੇ ਰਹੇ। ਇਹਨਾਂ ਨੇ ਵੱਡੀ ਜਿੱਤ ਉਦੋਂ ਪ੍ਰਾਪਤ ਕਰਨੀ ਸ਼ੁਰੂ ਕੀਤੀ ਜਦੋਂ ਹਿੰਦੂ ਤੇ ਸਿੱਖ ਦੋ ਇਕੱਠੇ ਹੋ ਗਏ। ਇੱਕ ਪਾਸੇ ਜਨਸੰਘ, RSS, BJP, ਦੂਜੇ ਬੰਨੇ ਇਹ ਪੰਥਕ ਪੱਤਾ, ਇਹ ਦੋਨੇ ਧਿਰਾਂ ਰਲ ਕੇ ਤੇ ਇੱਥੇ ਰਾਜ ਕਰਨ ਲੱਗੀਆਂ। ਤੁਹਾਨੂੰ ਨਹੀਂ ਲੱਗਦਾ ਕਿ ਇਹ ਵੀ ਧਰਮ ਦੀ ਰਾਜਨੀਤੀ ਸੀ? ਅਕਾਲੀ ਸਿੱਖਾਂ ਦੇ ਤਰਜਮਾਨ ਸੀਗੇ, ਔਰ ਦੂਜੇ ਬੰਨੇ ਹਿੰਦੂਆਂ ਦੀ ਤਰਜਮਾਨੀ ਭਾਜਪਾ ਕੋਲ ਸੀ, ਔਰ ਇਹ ਦੋਵੇਂ ਇਸ ਲਹਿਰ ਤੇ ਅੱਗੇ ਵਧਦੇ ਰਹੇ। ਇੱਥੋਂ ਪਰੇ ਜਾ ਕੇ ਦੋਨੇ ਡੁੱਬੇ ਨੇ ਇਸ ਪੰਜਾਬ ਦੇ ਮਾਮਲੇ ਦੇ ਵਿੱਚ। BJP ਦਾ ਤਾਂ ਆਧਾਰ ਹੈ ਹੀ ਨਹੀਂ ਸੀ, ਤੁਹਾਨੂੰ ਵੀ ਪਤਾ ਹੀ ਆ। ਇਹਨੂੰ ਕਿਵੇਂ ਲੈਂਦੇ ਹੋ? ਇਹਦੀ ਸਪੇਸ ਨੂੰ ਕੌਣ ਤੇ ਕਿੱਦਾਂ ਗ੍ਰਹਿਣ ਕਰੂਗਾ, ਜਾਂ ਇਹ ਅਕਾਲੀ ਦਲ ਮੁੜ ਕੇ ਸਰਵਾਈਵ ਕਰੂਗਾ? ਵੇਖੋ, ਪੋਲਿਟਿਕਸ ਇੱਕ ਮੈਰਿਜ ਆਫ ਕਨਵੀਨੀਅੰਸ ਹੈ। ਜਦੋਂ ਇਲੈਕਟਰਲ ਪੋਲਿਟਿਕਸ ਹੈਗੀ ਆ,
ਉੱਥੇ ਤੁਹਾਨੂੰ ਵੋਟਾਂ ਚਾਹੀਦੀਆਂ ਹੁੰਦੀਆਂ। ਔਰ ਜਦੋਂ ਤੁਸੀਂ ਦੇਖਦੇ ਵੀ ਜਿਹੜਾ ਇਹ ਹਿੰਦੂ ਸਿੱਖ ਦੀ ਆਪਾਂ ਗੱਲ ਕਰਦੇ ਹਾਂ ਕਿ ਉਹਦਾ ਜਿਹੜੇ ਹਿੰਦੂਆਂ ਦੀਆਂ ਵੋਟਾਂ ਹੈਗੀਆਂ, ਸਿੱਖਾਂ ਦੀਆਂ ਵੋਟਾਂ ਹੈਗੀਆਂ, ਤੇ ਉਹਦਾ ਪ੍ਰਪੋਰਸ਼ਨੇਟ ਜਿਹੜੀ ਪਾਪੂਲੇਸ਼ਨ ਦੀ ਰੇਸ਼ੋ ਕੀ ਹੈਗੀ ਆ। ਦੂਸਰੇ ਪਾਸੇ ਤੁਹਾਡਾ ਕੰਪੀਟੀਸ਼ਨ ਕਾਂਗਰਸ ਦੇ ਨਾਲ ਆ, ਜਿਹੜੀ ਆਪਣੇ ਆਪ ਨੂੰ ਸੈਕੂਲਰ ਪਾਰਟੀ ਕਹਿੰਦੀ ਆ, ਉਹਦਾ ਆਲਰੇਡੀ ਸਪੇਸ ਜਿਹੜੀ ਹੈਗੀ ਆ ਸਿੱਖਾਂ 'ਚ ਵੀ ਹੈਗੀ ਆ, ਹਿੰਦੂਆਂ 'ਚ ਵੀ ਹੈਗੀ ਆ। ਤੋ ਇਸ ਕਰਕੇ ਇੱਕ ਤਾਂ ਗੱਲ ਇਹ ਹੈਗਾ ਜਿਹੜਾ ਤੁਸੀਂ ਕਹਿੰਦੇ ਅਲਾਇੰਸ ਹੋਇਆ, ਇਹ ਅਲਾਇੰਸ ਜਿਹੜਾ ਸੀ ਖਾਸ ਕਰਕੇ ਜਦੋਂ ਅਕਾਲੀ ਦਲ ਫਿਊਡਲ ਲੌਰਡ ਕੋ ਆਇਆ ਹੈ, ਜਦੋਂ ਅਕਾਲੀ ਦਲ ਜਿਹੜੇ ਨਵੇਂ ਪੈਦਾ ਹੋਏ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਵੱਡੇ ਵੱਡੇ ਕੁਲਕਸ ਪੈਦਾ ਹੋਏ ਆ, ਵੱਡੇ ਵੱਡੇ ਜ਼ਿਮੀਂਦਾਰ ਪੈਦਾ ਹੋਏ ਆ, ਤੇ ਦੂਸਰੇ ਪਾਸੇ ਜਿਹੜੀ ਖਾਸ ਕਰਕੇ ਟ੍ਰੇਡ ਜਿਹੜਾ ਹੈਗਾ ਸੀਗਾ ਉਹ ਜਿਹੜੀ ਅਰਬਨ ਜਿਹੜੀ ਕਲਾਸ ਆਪਾਂ ਕਹਿੰਦੇ ਆ ਵੀ ਉਹਦੇ ਨਾਲ ਸੀਗਾ। ਉਹ ਹਿੰਦੂਆਂ ਨੂੰ ਰਿਪਰੈਜ਼ੈਂਟ ਨਹੀਂ ਕਰਦੇ ਜਾਂ ਇਹ ਸਿੱਖਾਂ ਨੂੰ ਰਿਪਰੈਜ਼ੈਂਟ ਨਹੀਂ ਕਰਦੇ। ਸਿੱਖਾਂ ਦੇ ਰਿਪਰੈਜ਼ੈਂਟੇਟਿਵ ਤਾਂ ਕਾਮਰੇਡ ਵੀ ਹੈਗੇ ਸੀ, ਹਰਕਿਸ਼ਨ ਸਿੰਘ ਸਰਜੀਤ ਕਿੰਨਾ ਵੱਡਾ ਲੀਡਰ ਹੈਗਾ ਸੀ, ਉਹਦੀ ਹੋਰ ਬਹੁਤ ਵੱਡੇ ਲੀਡਰ ਹੈਗੇ ਸੀ ਉਹਦੇ ਵਿੱਚੋਂ। ਹਿੰਦੂਆਂ ਦੇ ਲੀਡਰ ਸਤਪਾਲ ਡਾਂਗ ਹੋਣੀ, ਮਤਲਬ ਕਾਮਰੇਡ ਡਾਂਗ ਵੀ ਹੁੰਦੇ ਸੀ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਇਹਨਾਂ ਦੀ ਜਿਹੜੀ ਖਾਸ ਕਰਕੇ ਜਿਹਨੂੰ ਮੈਰਿਜ ਆਫ ਕਨਵੀਨੀਅੰਸ ਕਹਿੰਦੇ ਆ ਵੀ ਵੋਟਾਂ ਲੈਣ ਦਾ ਜਾਂ ਪਾਵਰ 'ਚ ਆਉਣ ਦਾ ਇੱਕ ਤਰੀਕਾ ਹੁੰਦਾ, ਕਿਉਂਕਿ ਪੋਲਿਟਿਕਸ ਦੇ ਵਿੱਚ ਕੋਈ ਫਿਕਸ ਰੂਲ ਨਹੀਂ ਹੁੰਦੇ, ਕੋਈ ਫਿਕਸ ਪ੍ਰਿੰਸੀਪਲ ਨਹੀਂ ਹੁੰਦੇ। ਪੋਲੀਟੀਕਲ ਪਾਰਟੀ ਦਾ ਮੇਨ ਗੋਲ ਜਿਹੜਾ ਹੁੰਦਾ ਉਹ ਤਾਕਤ ਦੇ ਵਿੱਚ ਆਉਣਾ ਹੁੰਦਾ, ਉਹਦਾ ਜਿਹੜਾ ਅਲਟੀਮੇਟ ਐਂਡ ਜਿਹੜਾ ਉਹ ਹੁੰਦਾ, ਉਹੀ ਅਕਾਲੀ ਦਲ ਨੇ ਅਡਾਪਟ ਕੀਤਾ। ਅਕਾਲੀ ਦਲ ਦੀ ਸਮੱਸਿਆ ਉਦੋਂ ਆਈ ਕਿ ਜਦੋਂ ਇਹਨਾਂ ਨੇ ਉਹ ਸਾਰੇ ਜਿਹੜੇ ਨਿਯਮ ਹੁੰਦੇ ਰਾਜਨੀਤੀ ਦੇ ਉਹਨੂੰ ਸਿੱਕੇ ਟੰਗ ਕੇ, ਜਾਂ ਜਿਸ ਰਾਜਨੀਤੀ ਦੇ ਵਿੱਚ ਲੋਕਾਂ ਦੀ ਭਾਗੀਦਾਰੀ ਚਾਹੀਦੀ ਸੀਗੀ, ਜਿਹਨੂੰ ਕਹਿੰਦੇ ਚਾਹੇ ਸਿੱਖਾਂ ਦੀ ਭਾਗੀਦਾਰੀ, ਹੁਣ ਸਿੱਖ ਕਿਹੜੇ ਲੀਡਰ ਬਣੇ, ਉਹੀ ਲੀਡਰ ਬੜੇ ਜਿਹੜੇ ਆਲਰੇਡੀ ਜਿਹੜੇ ਪ੍ਰਿਵਿਲੇਜਡ ਹੈਗੇ ਉਹਦੇ ਵਿੱਚ। ਦੂਸਰੇ ਪਾਸੇ ਬੀਜੇਪੀ ਦਾ ਵੀ ਇਹ ਹਾਲ ਹੋਇਆ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿਉਂਕਿ ਅਕਾਲੀ ਦਲ ਦੇ ਉੱਤੇ ਖਾਸ ਕਿਸਮ ਦੀ ਲੋਕਾਂ ਨੂੰ ਟੇਕ ਸੀਗੀ, ਖਾਸ ਕਿਸਮ ਦੀ ਆਸ ਸੀ। ਪਰ ਫਿਰ ਸਰ ਦੋ ਪਹਿਲੂ ਇਹਦੇ ਅਤੈਮਾ। ਇੱਕ ਤਾਂ 84 ਤੋਂ ਬਾਅਦ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਕਾਂਗਰਸ ਦੀ ਸਰਵਾਈਵਲ ਅਮਰਿੰਦਰ ਸਿੰਘ ਦੇ ਰੂਪ ਦੇ ਵਿੱਚ ਜ਼ਿਆਦਾ ਤਿੱਖੇ ਰੂਪ 'ਚ ਹੁੰਦੀ ਹੈ। ਬੇਸ਼ੱਕ ਜਿਹੜੀ ਬੇਅੰਤ ਸਿੰਘ ਦੀ ਸਰਕਾਰ ਤਾਂ ਬਣਦੀ ਹੈ, ਲੇਕਿਨ ਉਹ ਸਰਕਾਰ ਬਹੁਤ ਥੋੜ੍ਹੀਆਂ ਵੋਟਾਂ ਨਾਲ ਬਣਦੀ। ਜੇ ਅਕਾਲੀ ਪਾਰਟਿਸਿਪੇਟ ਕਰਦੇ ਤੇ ਸ਼ਾਇਦ ਨਾ ਬਣਦੀ। ਪਰ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਨਾਲੋਂ ਜ਼ਿਆਦਾ ਇੱਕ ਸਿੱਖ ਵਜੋਂ ਪ੍ਰਵਾਨੇ ਗਏ, ਔਰ ਅਮੂਮਨ ਉਦੋਂ ਸ਼ੁਰੂ 'ਚ ਕਿਹਾ ਜਾਂਦਾ ਸੀ ਜਦੋਂ ਸਰਨਿਆਂ ਦੇ ਨਾਲ ਹੁੰਦੇ ਸੀ, ਤੁਹਾਨੂੰ ਯਾਦ ਹੋਣਾ, ਕਿ ਇਹ ਬਾਦਲ ਨਾਲੋਂ ਚੰਗੇ ਸਿੱਖ ਹੈ। ਇਸੇ ਤਰੀਕੇ ਨਾਲ ਜਦੋਂ 15 ਦੇ ਵਿੱਚ ਬੇਅਦਬੀ ਕਾਂਡ ਵਾਪਰਦਾ, ਮਾਮਲੇ ਹੁੰਦੇ, ਉਸ ਤੋਂ ਬਾਅਦ ਸਿੱਖਾਂ ਦੇ ਵਿੱਚ ਬਾਦਲਕਿਆਂ ਦੀ ਜਿਹੜੀ ਉਹ ਘਟ ਜਾਂਦੀ ਹੈ, ਡਾਊਨ ਹੋ ਜਾਂਦੇ ਆ, ਤੇ ਉਹ ਸੱਤਾ ਤੋਂ ਬਾਹਰ ਚਲੇ ਜਾਂਦੇ ਆ। ਕੈਪਟਨ ਅਮਰਿੰਦਰ ਸਿੰਘ ਪਾਸੇ ਹੁੰਦੇ ਨੇ ਹੁਣ ਤਾਂ ਕਾਂਗਰਸ ਸੱਤਾ ਤੋਂ ਬਾਹਰ ਚਲੇ ਜਾਂਦੀ ਹੈ। ਨਵੀਂ ਧਿਰ ਜਿਹੜੀ ਆ ਉਹ ਸਿੱਖਾਂ ਨੂੰ ਲੈ ਕੇ ਨਹੀਂ ਆ ਰਹੀ, ਉਹ ਨਵੀਂ ਧਿਰ ਆ ਰਹੀ ਹੈ ਦੂਜਿਆਂ ਦੇ ਰੱਦ ਕਰਨ ਦੇ ਵਿੱਚੋਂ। ਇਹ ਸਾਰੇ ਦੇ ਸਾਰੇ ਇਕੁਏਸ਼ਨਸ ਨੂੰ ਤੁਸੀਂ ਕਿੱਦਾਂ ਕੰਪਾਈਲ ਕਰਦੇ ਹੋ? ਮੇਰੇ ਤਾਂ ਸਮਝੋ ਬਾਹਰ। ਨਹੀਂ, ਮੇਰੇ ਖਿਆਲ ਨਾਲ ਤੁਸੀਂ ਗੱਲ ਕੀਤੀ ਹੈ ਨਾ, ਆਪਰੇਸ਼ਨ ਬਲੂ ਸਟਾਰ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਸੀ ਰਿਜ਼ਾਈਨ ਕਰਤਾ ਸੀਗਾ, ਉਹ ਬਾਹਰ ਆ ਗਏ। ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਇੱਕ ਸਮਝੌਤਾ ਵੀ ਹੁੰਦਾ, ਉਹ ਸਮਝੌਤਾ ਲੋਕਾਂ ਨੇ ਐਕਸੈਪਟ ਵੀ ਕੀਤਾ। ਕੁਝ ਲੋਕਾਂ ਨੇ ਪੋਲੀਟੀਕਲ ਨਹੀਂ ਐਕਸੈਪਟ ਕੀਤਾ, ਪਰ ਮੋਟੇ ਤੌਰ ਤੇ ਲੋਕਾਂ ਨੇ ਐਕਸੈਪਟ ਕਰ ਲਿਆ ਸੀਗਾ। ਉਸ ਤੋਂ ਬਾਅਦ 85 ਦੀ ਇਲੈਕਸ਼ਨ ਹੁੰਦੀ ਆ, ਔਰ 85 ਜਿਹੜੀ ਇਲੈਕਸ਼ਨ ਹੁੰਦੀ ਆ ਉਹ ਵਨ ਆਫ ਦਾ ਮੋਸਟ ਪੀਸਫੁਲ ਇਲੈਕਸ਼ਨਸ ਇਨ ਪੰਜਾਬ। 85 ਦੇ ਵਿੱਚ ਜਿਹੜੀ ਇਲੈਕਸ਼ਨ ਹੁੰਦੀ ਆ ਉਹ ਠੀਕ ਆ ਕਿ ਉਸ ਤੋਂ ਬਾਅਦ ਜੋ ਸਮਝੌਤਾ ਹੋਇਆ ਸੀ, ਜਦੋਂ ਬਰਨਾਲਾ ਮੁੱਖ ਮੰਤਰੀ ਬਣੇ ਆ, ਔਰ ਮੁੱਖ ਮੰਤਰੀ ਬਣ ਤੋਂ ਬਾਅਦ ਜਿੰਨਾ ਚਿਰ ਸਰਕਾਰ ਚੱਲੀ ਆ, ਉਦੋਂ ਬਾਦਲ ਸਾਹਿਬ ਪਿਛਾਂ ਆ ਗਏ, ਅਮਰਿੰਦਰ ਸਿੰਘ ਐਗਰੀਕਲਚਰ ਮਿਨਿਸਟਰ ਸੀ, ਇਹਨਾਂ ਨੇ ਘਟਨਾ ਵਾਪਰੀਆਂ ਜੋ ਮੰਦਭਾਗੀਆਂ ਘਟਨਾ ਜਿਹੜੀਆਂ ਸੀ, ਗੋਲਡਨ ਟੈਂਪਲ ਦੇ ਵਿੱਚ ਪੁਲਿਸ ਭੇਜਣੀ ਪਈ, ਇਹ ਮੁੜ ਕੇ ਵਾਪਸ ਆ ਗਿਆ। ਜਦੋਂ ਫਿਰ ਕਾਂਗਰਸ ਸਰਕਾਰ ਜਿਹੜੀ ਸੀਗੀ, ਜਦੋਂ ਸਮਝੌਤਾ ਲਾਗੂ ਨਹੀਂ ਹੋਇਆ, ਕਿਉਂਕਿ ਸਮਝੌਤੇ ਦੇ ਵਿੱਚ ਬਰਾਬਰ ਦਾ ਸ਼ਰੀਕ ਜਿਹੜਾ ਸੀ ਹਰਿਆਣਾ ਵੀ ਕਲੇਮਟ ਬਣ ਗਿਆ, ਪਾਣੀ ਦਾ ਮਸਲਾ ਵੀ ਵਿੱਚ ਉਹਦੇ ਨਾਲ ਲੈ ਆਏ, ਉਹਦੇ ਵਿੱਚੋਂ ਜਿਹੜਾ SYL ਦਾ ਮਸਲਾ ਉਦੋਂ ਸ਼ੁਰੂ ਹੋਇਆ ਨਾ, ਉਹਦੇ ਵਿੱਚੋਂ ਇਸੇ ਤਰੀਕੇ ਦੇ ਨਾਲ ਮੁੜ ਕੇ ਉਹ ਹਾਲਾਤ ਹੋਰ ਖਰਾਬ ਹੋਣੇ ਹੋਏ। 85 ਦੀ ਇਲੈਕਸ਼ਨ ਨੂੰ ਤੁਸੀਂ ਉਹਦਾ ਜਾ ਕੇ ਕਿਤੇ ਨਿਊਜ਼ਪੇਪਰ ਦੇਖੋ, ਉਹਦੇ ਵਿੱਚੋਂ ਕਿੰਨੀ ਲੱਗਦਾ ਸੀ ਵੀ ਕੂਲ, ਕਾਮ ਤੇ ਸਮੂਥ ਸੀਗੀ। 84 ਦੇ ਏਡੇ ਵੱਡੇ ਘੱਲੂ ਘਾੜੇ ਤੋਂ ਬਾਅਦ, ਇੰਦਰਾ ਗਾਂਧੀ ਦੇ ਅਸੈਸੀਨੇਸ਼ਨ ਤੋਂ ਬਾਅਦ, ਦੰਗਿਆਂ ਤੋਂ ਬਾਅਦ, ਫਿਰ ਇਮੀਡੀਏਟਲੀ 8 ਮਹੀਨਿਆਂ ਦੇ ਵਿੱਚ ਇੱਕ ਸਮਝੌਤਾ ਹੋ ਜਾਂਦਾ ਵਾ। ਸਮਝੌਤੇ ਨੂੰ ਐਕਸੈਪਟ ਕੀਤਾ, ਕੁਝ ਲੋਕਾਂ ਨੇ ਨਹੀਂ ਕੀਤਾ, ਪਰ ਲਾਰਜਲੀ ਲੋਕਾਂ ਨੇ ਐਕਸੈਪਟ ਕੀਤਾ, ਔਰ ਵੋਟਾਂ ਪੈ ਗਈਆਂ ਉਹਦੇ ਵਿੱਚੋਂ। ਸਰਕਾਰ ਚੱਲੀ, ਮੁੜ ਕੇ ਬਾਅਦ 'ਚ ਨਹੀਂ ਚੱਲੀ। ਉਸ ਤੋਂ ਬਾਅਦ ਜਿਹੜੇ ਹਾਲਾਤ ਖਰਾਬ ਹੁੰਦੇ ਆ, ਜਿਸ ਤਰੀਕੇ ਦੀ ਪੋਲਰਾਈਜੇਸ਼ਨ ਉਸ ਤੋਂ ਬਾਅਦ ਹੁੰਦੀ ਆ, ਖਾਸ ਕਰਕੇ ਜਦੋਂ ਇੱਕ ਪਾਸੇ ਸਟੇਟ ਆ ਜਾਂਦੀ ਹੈ, ਇੱਕ ਪਾਸੇ ਪੰਜਾਬ ਆ ਜਾਂਦਾ, ਕਿਉਂਕਿ ਪੰਜਾਬ ਇੱਕ ਉਹ ਸਟੇਟ ਰਹੀ ਹੈ। ਇੱਕ ਚੀਜ਼ ਮੈਨੂੰ ਸਮਝਾ ਦਿਓ, ਕਿਉਂਕਿ ਤੁਸੀਂ ਉੱਥੇ ਲਏ ਹੋ, ਲੋਕਾਂ ਨੇ ਕਲੀਅਰ ਕੱਟ ਮੈਂਡੇਟ ਦਿੱਤਾ ਬਰਨਾਲੇ ਨੂੰ। ਉਸ ਤੋਂ ਬਾਅਦ 86 ਦੇ ਵਿੱਚ ਆ ਕੇ ਜਦੋਂ ਚੰਡੀਗੜ੍ਹ ਪੰਜਾਬ ਨੂੰ ਦੇਣਾ ਸੀ ਇਹਨਾਂ ਨੇ 26 ਜਨਵਰੀ ਨੂੰ, ਜਦੋਂ ਬਰਨਾਲਾ ਅਸਤੀਫਾ ਨਹੀਂ ਦਿੰਦੇ, ਔਰ ਇਹ ਕਹਿ ਕੇ ਨਹੀਂ ਦਿੰਦੇ ਕਿ ਸਿੱਖਾਂ ਦਾ ਨੁਕਸਾਨ ਹੋਊਗਾ, ਉਸ ਤੋਂ ਬਾਅਦ ਸਾਰੇ ਹਾਲਾਤ ਬਦਲ ਜਾਂਦੇ ਆ। ਤੁਹਾਨੂੰ ਲੱਗਦਾ ਸਾਡੀ ਲੀਡਰਸ਼ਿਪ ਇੱਥੇ ਵੀ ਫੇਲ ਹੋ ਗਈ? ਜੇ ਬਰਨਾਲਾ ਅਸਤੀਫਾ ਦਿੰਦੇ, ਕੇਂਦਰ ਦਬਾਅ 'ਚ ਆਉਂਦਾ, ਪੰਜਾਬ ਦੇ ਨਵੇਂ ਮੋੜ 'ਚ ਅਸੀਂ ਦਾਖਲ ਹੁੰਦੇ, ਉਦੋਂ ਸ਼ਾਇਦ ਸਮਝੌਤਾ ਜੇ ਪੂਰਾ ਨਾਦਾ ਪਚਦਾ ਵੀ ਲਾਗੂ ਹੁੰਦਾ,
ਤੇ ਅੱਜ ਸਾਡੇ ਕਾਫੀ ਮਸਲੇ ਹੱਲ ਹੋ ਜਾਂਦੇ ਜਿਹੜੇ ਹੁਣ ਤੱਕ ਲਟਕਦੇ ਆਉਂਦੇ। ਮੈਨੂੰ ਨਹੀਂ ਲੱਗਦਾ, ਇਦਾਂ ਨਹੀਂ ਹੁੰਦਾ ਰੰਧਾਵਾ ਸਾਹਿਬ। ਰਾਜਨੀਤੀ ਦੇ ਵਿੱਚ ਕਦੀ ਵੀ ਇਫਸ ਐਂਡ ਬਟਸ ਵਾਲਾ ਕੰਮ ਜਿਹੜਾ ਉਹ ਨਾਲ ਚੱਲਦਾ ਹੈ। ਅਸਤੀਫਾ ਦੇ ਦਿੰਦੇ ਫਿਰ ਵੀ ਹਾਲਾਤ ਸ਼ਾਇਦ ਹੋਰ ਕਿਸੇ ਪਾਸੇ ਨੂੰ ਲੈ ਕੇ ਤੁਰ ਪੈਂਦੇ। 84 ਦੇ ਵਿੱਚ ਇਹ ਵੀ ਸੀ ਸ਼ਾਇਦ, ਇੱਕ ਵਾਰੀ ਕਹਿ ਮੈਂ ਤਾਂ ਸੁਣਿਆ ਹੀ ਆ ਵੀ ਗਿਆਨੀ ਜੈਲ ਸਿੰਘ ਨੇ ਵੀ ਡਿਸਾਈਡ ਕਰ ਲਿਆ ਸੀ ਜਿਸ ਕਿਸਮ ਦਾ ਉੱਥੇ ਵਰਤਾਰਾ ਹੋਇਆ ਸੀ ਉਹ ਵੀ ਪਿਛਾਂਹ ਹਟਣਾ ਚਾਹੁੰਦੇ ਸੀ। ਪਰ ਜਿਹੜੇ ਬੰਦੇ ਇਹੋ ਜਿਹੇ ਪਦ ਤੇ ਬੈਠੇ ਹੁੰਦੇ ਆ ਉਹ ਲਾਰਜਰ ਕੰਟੈਕਸਟ ਦੇ ਵਿੱਚ ਸੋਚਦੇ ਆ। ਹੋ ਸਕਦਾ ਰੈਜਿਗਨੇਸ਼ਨ ਦੇ ਨਾਲ ਅਸੀਂ ਹੋਰ ਵਿਡਰਾਅ ਕਰ ਜਾਈਏ, ਮੇਰੀ ਕਮਿਊਨਿਟੀ ਨੂੰ ਉਹਦੇ ਨਾਲ ਜ਼ਿਆਦਾ ਨੁਕਸਾਨ ਹੋ ਜਾਵੇ, ਜਾਂ ਜੇ ਬਰਨਾਲਾ ਸਾਹਿਬ ਅਸਤੀਫਾ ਦੇ ਦਿੰਦੇ ਤੇ ਸਾਲ ਪਹਿਲੋਂ ਗਵਰਨਰ ਰੂਲ ਹੋਰ ਲੱਗ ਜਾਂਦਾ, ਫਿਰ ਹੋ ਸਕਦਾ ਇੱਥੇ ਜ਼ਿਆਦਾ ਖਾਨਾ ਜੰਗੀ ਜਿਹੜੀ ਸ਼ੁਰੂ ਹੁੰਦੀ, ਜ਼ਿਆਦਾ ਇੱਥੇ ਜਿਹੜੀ ਲੋਕਾਂ ਦੀ ਮਾਰ ਹੁੰਦੀ। ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤਾਂ ਦੇ ਵਿੱਚ ਨੁਕਸਾਨ ਕਿਹਦਾ ਹੋਇਆ, ਇੱਕ ਤਾਂ ਜਿਹੜਾ ਜਿਹੜਾ ਨੁਕਸਾਨ ਹੋਇਆ 35 ਸਾਡੇ ਹਿਸਾਬ ਨਾਲ 35-36 ਹਜ਼ਾਰ ਲੋਕ ਮਾਰੇ ਗਏ ਆ, ਚਾਹੇ ਉਹ ਸਟੇਟ ਨੇ ਮਾਰੇ ਆ ਚਾਹੇ ਉਹ ਅੱਤਵਾਦੀਆਂ ਨੇ ਮਾਰੇ ਆ, ਮਰੇ ਤਾਂ ਪੰਜਾਬੀ ਲੋਕ ਆ। ਔਰ ਉਹ ਜਿਹੜੇ ਖਾਸ ਕਰਕੇ ਜਿਹੜੇ ਲੋਕ ਚਲੇ ਗਏ, ਇਹਦੇ ਨਾਲ ਜਿਹੜੀ ਸਾਡੀ ਇੰਡਸਟਰੀ ਸੀ, ਜੋ ਡਿਵੈਲਪਮੈਂਟ ਸੀ, ਜੋ ਗਰੋਥ ਸੀ, ਉਹ ਚਲੇਗੀ। ਸਾਡੇ ਸਿਰ ਤੇ ਕਰਜ਼ਾ ਚੜਿਆ, ਅਸੀਂ ਕਰਜ਼ਾਈ ਹੋਏ, ਸਾਡੇ ਇੱਥੇ ਇਨਵੈਸਟਮੈਂਟ ਨਹੀਂ ਆਈ ਕੋਈ ਬਾਹਰ ਦੇ ਵਿੱਚ, ਜਿਹਦੇ ਨਤੀਜੇ ਅੱਜ ਅਸੀਂ ਭੁਗਤਣੇ ਆ। ਜੇ ਪੰਜਾਬ ਦੀ ਤਰਾਸਦੀ ਨੂੰ ਤੁਸੀਂ ਚੰਗੀ ਤਰ੍ਹਾਂ ਸਮਝਣਾ ਹੈਗਾ ਤੇ ਸਾਨੂੰ ਇਹਨੂੰ ਪਿੱਛੇ 80 ਤੱਕ ਲਿਜਾਣਾ ਪਊਗਾ। ਜਾਂ ਉਸ ਸਮੇਂ ਦੇ ਵਿੱਚ 5 ਸਾਲ ਲਗਾ ਗਵਰਨਰੀ ਰੂਲ ਰਿਹਾ ਹੈ, ਜਿਸ ਤਰੀਕੇ ਦੇ ਨਾਲ ਇਹਨਾਂ ਨੇ ਬਕਿਰਕੀ ਦੇ ਨਾਲ ਇੱਥੋਂ ਦੇ ਸਾਧਨਾਂ ਨੂੰ ਜਾਂ ਇੱਥੇ ਜਿਹੜਾ ਖਾਸ ਕਰਕੇ ਖਰਚਾ ਕੀਤਾ ਵਾ ਜਾਂ ਜਿਹੜੀ ਸਾਡੀ ਗਰੋਥ ਨੂੰ ਰੋਕਿਆ ਹੈ, ਉਹਨੂੰ ਵੀ ਧਿਆਨ 'ਚ ਰੱਖਣਾ ਪਊਗਾ। ਨਹੀਂ, ਉਹ ਦੇਖੋ ਬੀਡੀ ਪਾਂਡੇ ਦੀ ਕਿਤਾਬ 'ਚ ਕਈ ਚੀਜ਼ਾਂ ਨੰਗੀਆਂ ਹੋਈਆਂ। ਜੇ ਸਰ ਤੁਸੀਂ ਜਿਹੜਾ ਇੱਕ ਵੱਡੇ ਸੰਦਰਭ ਦੇ ਵਿੱਚ ਕਹਿੰਦੇ ਹੋ ਨਾ ਗੱਲ ਕਰਨੀ, ਕੈਪਟਨ ਅਮਰਿੰਦਰ ਸਿੰਘ ਬਾਰੇ ਬੜੀ ਕਲੀਅਰ ਗੱਲ ਸੀ ਕਿ ਉਹ ਅਸਤੀਫਾ ਦੇਣ ਤੋਂ ਪਹਿਲਾਂ ਗਿਆਨੀ ਜੈਲ ਸਿੰਘ ਨਾਲ ਮੁਲਾਕਾਤ ਕਰਕੇ ਆਉਂਦੇ 84 'ਚ। ਉਹ ਕੈਪਟਨ ਅਮਰਿੰਦਰ ਸਿੰਘ ਨੂੰ ਇੰਦਰਾ ਗਾਂਧੀ BSF ਦੇ ਹੈਲੀਕਾਪਟਰ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨਾਲ ਮੁਲਾਕਾਤ ਲਈ ਭੇਜਦੇ ਆ, ਜਿਹਦਾ ਕਿਤੇ ਜ਼ਿਕਰ ਨਹੀਂ ਹੋਇਆ। ਮੇਰੇ ਨਾਲ ਉਸ ਮੀਟਿੰਗ ਤੋਂ ਪਹਿਲਾਂ ਦੇ ਚਸ਼ਮਦੀਦ ਨੇ ਗੱਲ ਕੀਤੀ ਆ। 2 ਬੰਦੇ ਫਲਾਈ ਕਰਦੇ ਆ ਦਿੱਲੀ ਤੋਂ ਅੰਮ੍ਰਿਤਸਰ, ਇੱਕ ਬੰਦਾ ਸਰਕਟ ਹਾਊਸ 'ਚ ਰਹਿ ਜਾਂਦਾ, ਦੂਜਾ ਸੰਤਾਂ ਨੂੰ ਜਾ ਕੇ ਮਿਲਦਾ। ਉਹ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲਿਆ ਜਾਂਦਾ ਤੇ ਕੈਪਟਨ ਅਮਰਿੰਦਰ ਸਿੰਘ ਉਸ ਤੋਂ ਬਾਅਦ, ਕਿਉਂਕਿ ਉਹ ਇੰਦਰਾ ਗਾਂਧੀ ਲਈ ਬੈਟਿੰਗ ਕਰ ਰਹੇ ਸੀ ਉਸ ਵੇਲੇ, ਔਰ ਉਦੋਂ ਇਹ ਬਹੁਤ ਕਲੀਅਰ ਗੱਲ ਸੀਗੀ ਕਿ ਇੰਦਰਾ ਗਾਂਧੀ ਨੇ ਕਾਂਗਰਸ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਕਿਹਾ ਸੀ, ਜਿਨ੍ਹਾਂ 'ਚ ਸੰਤੋਖ ਸਿੰਘ ਰੰਧਾਵਾ ਵੀ ਸੀ, ਦਰਬਾਰਾ ਸਿੰਘ ਸੀਗੇ, ਵੀਰ ਦਵਿੰਦਰ ਸਿੰਘ ਸੀਗੇ, ਇਹ ਸਾਰੇ ਲੋਕਾਂ ਨੂੰ ਕਿਹਾ ਸੀਗਾ ਕਿ ਮੇਰੇ ਕੋਲ ਕੋਈ ਰਸਤਾ ਨਹੀਂ ਬਚਿਆ, ਮੈਨੂੰ ਹੁਣ ਪਾਵਰ ਦਾ ਇਸਤੇਮਾਲ ਕਰਨਾ ਪਊਗਾ। ਜੇਕਰ ਤੁਹਾਡੇ ਕੋਲ ਕੋਈ, ਮੈਨੂੰ ਕੱਲ ਨੂੰ ਤੁਸੀਂ ਉਲਾਮਾ ਨਾ ਦਿਓ, ਤੁਸੀਂ ਸਾਰੇ ਮੇਰੇ ਚੁਣੇ ਹੋਏ ਹੋ, ਪੰਜਾਬ ਦੇ ਨੁਮਾਇੰਦੇ ਹੋ। ਤੇ ਉਦੋਂ ਬਹੁਤਿਆਂ ਨੇ ਵਿਰੋਧ ਕੀਤਾ ਸੀਗਾ। 2 ਬੰਦਿਆਂ ਮੈਂ ਨਾਂ ਨਹੀਂ ਲਊਂਗਾ ਜਿਨ੍ਹਾਂ ਨੇ ਇਹ ਕਿਹਾ ਸੀ ਕਿ ਹੁਣੇ ਹੀ ਕਰ ਦਿਓ ਜੀ, ਇਹ ਤਾਂ ਬਹੁਤ ਜ਼ਰੂਰੀ ਹੈ। ਲੇਕਿਨ ਉਹਨਾਂ 'ਚ ਕੈਪਟਨ ਅਮਰਿੰਦਰ ਸਿੰਘ, ਵੀਰ ਦਵਿੰਦਰ ਸਿੰਘ ਤੇ ਬਾਕੀ ਲੋਕ ਸੀਗੇ ਜਿਨ੍ਹਾਂ ਨੇ ਕਿਹਾ ਸੀ ਨਹੀਂ ਹੋਣਾ ਚਾਹੀਦਾ। ਤੇ ਇੰਦਰਾ ਗਾਂਧੀ ਨੇ ਕਿਹਾ ਕਿ ਫਿਰ ਤੁਸੀਂ ਜਾ ਕੇ ਗੱਲ ਕਰ ਲਓ। ਤੇ ਉਦੋਂ ਰਾਤ ਨੂੰ ਇਹ ਫੈਸਲਾ ਹੋਇਆ ਕਿ ਤੁਸੀਂ ਸਵੇਰੇ ਜਾਇਓ, ਤੇ 2 ਬੰਦੇ ਉੱਥੋਂ ਆਉਂਦੇ। ਮੈਂ ਇਸ ਕਰਕੇ ਇਸ ਗੱਲ ਨੂੰ ਅੱਗੇ ਵਧਾਇਆ ਕਿ ਕਈ ਵਾਰੀ ਮੁੜ ਕੇ ਉਹੀ ਅਮਰਿੰਦਰ ਸਿੰਘ ਕਾਂਗਰਸ ਨੂੰ ਛੱਡਦੇ ਆ, ਫਿਰ ਉਹ ਕਾਂਗਰਸ ਦੇ ਵਿੱਚ ਵਾਪਸ ਵੀ ਆਉਂਦੇ ਆ, ਉਹ ਅਕਾਲੀ ਦਲ 'ਚ ਵੀ ਰਹਿੰਦੇ ਆ। ਸੋ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਹੈ ਕਿ ਇਹ ਜਿਹੜੇ ਸਾਰੇ ਸੰਦਰਭ ਹੈਗੇ ਆ, ਇਹਦੇ ਵਿੱਚ ਸਿੱਖ ਮਾਨਸਿਕਤਾ, ਪੰਜਾਬ ਦਾ ਸਿਆਸੀ ਦ੍ਰਿਸ਼, ਪੰਜਾਬ ਦੇ ਵਿੱਚ ਵੋਟਾਂ ਦਾ ਹੁੰਦਾ ਜਮਾ ਘਟਾਓ, ਅਮਰਿੰਦਰ ਸਿੰਘ ਦਾ ਸੱਤਾ 'ਚ ਆਉਣਾ, ਬਾਦਲਾਂ ਦਾ ਸੱਤਾ 'ਚ ਹੁਣ ਬਾਹਰ ਜਾਣਾ, ਪਹਿਲਾਂ ਪੰਤੇ ਨਾਂ ਤੇ ਹੀ ਸੱਤਾ 'ਚ ਆਉਣਾ, ਹੁਣ ਇਹ ਸਾਰੀ ਸਪੇਸ ਦੇ ਵਿੱਚੋਂ ਇਹ ਸਾਰਿਆਂ ਨੂੰ ਰੱਦ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਐਡਜਸਟ ਕਿੱਥੇ ਕਰੂਗੀ? ਮੈਨੂੰ ਲੱਗਦਾ ਕਿ ਤੁਸੀਂ ਅਮਰਿੰਦਰ ਸਿੰਘ ਦੀ ਗੱਲ ਕੀਤੀ, ਮੈਨੂੰ ਲੱਗਦਾ ਵੀ ਜੇ 1997 ਦੇ ਵਿੱਚ ਅਮਰਿੰਦਰ ਸਿੰਘ ਨੂੰ ਬਾਦਲ ਸਾਹਿਬ ਟਿਕਟ ਦੇ ਦਿੰਦੇ ਤੇ ਸ਼ਾਇਦ ਪੰਜਾਬ ਦਾ ਇਤਿਹਾਸ ਹੀ ਕੁਝ ਹੋਰ ਹੁੰਦਾ ਤੇ ਮੁੱਖ ਮੰਤਰੀ ਨਾ ਬਣਦੇ। ਮੈਂ ਫਿਰ ਕਹਿੰਦਾ ਕਿ ਰਾਜਨੀਤੀ ਸੰਭਾਵਨਾ ਦਾ ਖੇਲ ਹੈ, ਸਮਾਂ ਬਦਲਦਾ ਜਾਂਦਾ, ਸਮੇਂ ਦੇ ਨਾਲ ਪਰਿਸਥਿਤੀਆਂ ਬਦਲਦੀਆਂ, ਲੋਕਾਂ ਦੀਆਂ ਐਸਪੀਰੇਸ਼ਨ ਐਕਸਪੈਕਟੇਸ਼ਨ ਬਦਲਦੀਆਂ। ਹੁਣ ਤੁਸੀਂ ਦੇਖੋ ਵੀ ਅਸੀਂ 21ਵੀਂ ਸਦੀ ਦੇ ਵਿੱਚ ਪੰਜਾਬ ਕਿੱਥੇ ਖੜਾ ਜੀ, ਪੰਜਾਬ ਦਾ ਯੂਥ ਕਿੱਥੇ ਖੜਾ। ਸਾਰੇ ਦੇਸ਼ ਦੇ ਵਿੱਚ ਪੰਜਾਬ 'ਚ ਸੰਕਟ ਹੋ 60% ਆਬਾਦੀ ਜਿਹੜੀ ਹੈਗੀ ਉਹ ਯੰਗ ਲੋਕਾਂ ਦੀ ਹੈਗੀ। ਔਰ ਅਸੀਂ ਮੈਂ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਪਿਛਲੇ ਲੰਮੇ ਸਮੇਂ ਦੇ ਉੱਤੋਂ ਜਿਹੜੇ ਸੰਕੀਰਨ ਜਿਹੜੇ ਮੁੱਦੇ ਹੁੰਦੇ ਸੀ ਕਿਸੇ ਸਮੇਂ ਦੇ ਵਿੱਚ, ਜਿਹਦੇ ਵਿੱਚ ਜਾਤ ਵੀ ਸੀ, ਧਰਮ ਵੀ ਸੀਗਾ, ਬੋਲੀ ਵੀ ਸੀਗਾ ਜਾਂ ਹੋਰ ਚੀਜ਼ਾਂ ਵੀ ਸੀਗੀਆਂ, ਲੋਕਾਂ ਦਾ ਵੋਟਾਂ ਪਾਉਣ ਦੇ ਉੱਤੇ ਜਿਨ੍ਹਾਂ ਦਾ ਅਸਰ ਹੁੰਦਾ ਸੀ ਉਹ ਹੌਲੀ ਹੌਲੀ ਘਟਦਾ ਜਾ ਰਿਹਾ ਔਰ ਲਗਾਤਾਰ ਘਟਦਾ ਜਾ ਰਿਹਾ। ਹੁਣ ਤੁਸੀਂ ਕਿਸੇ ਨਾਲ ਵੀ ਗੱਲ ਕਰ ਰਹੇ ਹੋ, ਲਈ ਜਾਤ ਧਰਮ ਜਿਹੜੀ ਹੈਗੀ ਉਹ ਸੈਕੰਡਰੀ ਬਣ ਜਾਂਦੀ ਆ, ਪਰਫਾਰਮੈਂਸ ਜਿਹੜੀ ਆ ਜੀ ਉਹ, ਕਿਉਂਕਿ ਐਸਪੀਰੇਸ਼ਨਲ ਇੰਡੀਆ ਹੈ। ਅਸੀਂ ਆਪਣੀ ਐਸਪੀਰੇਸ਼ਨ ਦੀ ਗੱਲ ਕਰਦੇ ਹਾਂ, ਸਾਡੀ ਮੁੱਦਿਆਂ ਦੀ ਗੱਲ ਕਰਦੇ ਹਾਂ, ਸਾਡੀਆਂ ਐਕਸਪੈਕਟੇਸ਼ਨ ਦੀ ਗੱਲ ਕਰਦੇ ਹਾਂ। ਅਸੀਂ ਦੇਖਦੇ ਹਾਂ ਵੀ ਕਿਹੜਾ ਉਹ ਸਾਨੂੰ, ਅਸੀਂ ਅਜ਼ਿਊਮ ਕਰ ਲੈਂਦੇ ਹਾਂ ਕਿ ਕਿਹੜੀ ਪਾਰਟੀ ਜਿਹੜੀ ਆ ਉਹ ਸਾਨੂੰ ਇਹ ਜਿਹੜੇ ਸਾਡੇ ਜਿਹੜੇ ਐਸਪੀਰੇਸ਼ਨ ਆ ਉਹਨਾਂ ਨੂੰ ਪੂਰੀਆਂ ਕਰ ਸਕਦੀ ਹੈ। ਜਿਹੜੀ ਗੱਲ ਤੁਸੀਂ ਕੀਤੀ ਆ,
ਜੇ ਉਹ ਇਹ ਜਿਹੜੀਆਂ ਪਾਰਟੀਆਂ ਸੀ, ਅਕਾਲੀ ਦਲ ਦੀ ਗੱਲ ਕੀਤੀ ਆ, ਪੰਥਕ ਏਜੰਡੇ ਦੀ ਗੱਲ ਕੀਤੀ ਆ, ਹੁਣ ਪੰਥਕ ਏਜੰਡਾ ਜਿਹੜਾ ਹੈਗਾ ਇਹ ਆਪਣੇ ਵਿੱਚ ਬਹੁਤ ਬਰੋਡਰ ਹੈਗਾ। ਉਹਦੇ ਵਿੱਚ ਤੁਹਾਡਾ ਸਿਰਫ ਇਹ ਵੋਟਾਂ ਹੀ ਨਹੀਂ ਹੈਗੀਆਂ, ਉਹ 'ਚ ਸਮਾਜਿਕ ਵਰਤਾਰਾ ਵੀ ਹੈਗਾ ਵਾ, ਉਹਦੇ ਵਿੱਚ ਤੁਹਾਡਾ ਇਹ ਰਹਿਣ ਸਹਿਣ ਵੀ ਹੈਗਾ ਵਾ, ਉਹਦੇ ਵਿੱਚ ਰੋਟੀ ਰੋਜੀ ਵੀ ਹੈਗੀ, ਉਹਦੇ ਵਿੱਚੋਂ ਤੁਹਾਡੀ ਇੱਜ਼ਤ ਵੀ ਹੈਗੀ ਆ, ਸਾਰਾ ਕੁਝ ਹੈਗਾ ਉਹਦੇ ਵਿੱਚੋਂ। ਪਰ ਦੂਸਰਾ ਪਾਸਾ ਹੈ ਕਿ ਜਦੋਂ ਦੇਖਦੇ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਖਾਸ ਕਰਕੇ ਜਦੋਂ ਇਹ ਏਜੰਡੇ ਦੇ ਨਾਲ ਪੋਲੀਟੀਕਲ ਪਰਪਸ ਲਈ ਯੂਜ਼ ਕਰਦੇ, ਕਿਉਂਕਿ ਹੁਣ ਇਹ ਗੱਲ ਜ਼ਰੂਰ ਹੈਗੀ ਆ, ਲੋਕਾਂ ਦਾ ਰਾਜਨੀਤੀ ਦੇ ਬਾਰੇ ਜਾਣਕਾਰੀ ਵਧੀ ਆ। ਉਹ ਇਸ ਕਰਕੇ ਹੋ ਸਕਦੀ ਆ, ਕਮਿਊਨੀਕੇਸ਼ਨ ਆ, ਇਸ ਕਰਕੇ ਹੈਗਾ ਤੁਹਾਡਾ ਮੀਡੀਆ ਜਿਹੜਾ ਹੈਗਾ ਵਾ, ਇਸ ਕਰਕੇ ਜਿਹੜਾ ਦੂਸਰਾ ਮੀਡੀਆ ਹੈਗਾ, ਨਿਊਜ਼ਪੇਪਰ ਹੈਗੇ ਆ, ਗੱਲਬਾਤ ਹੈਗੀ ਆ, ਮੋਬਿਲਿਟੀ ਆ, ਮੂਵਮੈਂਟ ਆ, ਗਲੋਬਲਾਈਜ਼ ਖਬਰਾਂ ਤੁਹਾਡੇ ਕੋਲ ਹੈਗੀਆਂ, ਲੋਕਾਂ ਦੀਆਂ ਐਸਪੀਰੇਸ਼ਨਸ ਵਧੀਆਂ, ਲੋਕਾਂ ਦੀ ਐਕਸਪੈਕਟੇਸ਼ਨ ਵਧੀਆਂ। ਪਰ ਇੱਕ ਪਹਿਲੂ ਇਸੇ ਮੈਂ ਕਹਿੰਦਾ ਇਸੇ ਹੀ ਕੰਟੈਕਸਟ ਦੇ ਵਿੱਚ ਜਿਹੜੀਆਂ ਪਾਰਟੀਆਂ ਇੱਕ ਪਾਰਟਿਕੂਲਰ ਵਿਚਾਰਧਾਰਾ ਨੂੰ ਜਾਂ ਪਾਰਟਿਕੂਲਰ ਇੱਕ ਏਜੰਡੇ ਨੂੰ ਜਾਂ ਪਾਰਟਿਕੂਲਰ ਇੱਕ ਖਾਸ ਕਰਕੇ ਕਮਿਊਨਿਟੀ ਨੂੰ ਬੇਸ ਬਣਾ ਕੇ ਅੱਗੇ ਚੱਲਣ ਦੀ ਕੋਸ਼ਿਸ਼ ਕਰਦੀਆਂ, ਉਹਨਾਂ ਲਈ ਬਹੁਤ ਵੱਡਾ ਚੈਲੰਜ ਆ ਜਾਂਦਾ ਹੈ। ਕਿਉਂਕਿ ਤੁਸੀਂ ਦੇਖੋ ਨਾ, ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਹੈ, ਹੁਣ ਇਸ ਵੇਲੇ ਆਮ ਆਦਮੀ ਪਾਰਟੀ ਦੇ ਵਿੱਚ 3 ਹਾਰਡਕੋਰ ਕਾਮਰੇਡ ਜਿਹੜੇ ਮੰਤਰੀ ਬਣੇ ਪਏ। ਹਾਂ ਬਿਲਕੁਲ। ਦੂਸਰੇ ਪਾਸੇ ਹੋਰ ਵੀ ਹੋ ਸਕਦੇ ਜਿਨ੍ਹਾਂ ਨੂੰ ਮੈਂ ਜਾਣਦਾ ਵਾਂ ਕਿ ਇਹ ਕਦੀ ਪੰਜਾਬ ਦੇ ਵਿੱਚ ਹੋਇਆ ਸੀਗਾ ਹੈ। ਦੂਸਰਾ ਪਾਸਾ ਹੈਗਾ ਵੀ ਕਿੰਨੀ ਯੂਥ ਹਰ ਵਿਚਾਰ ਦਾ ਬੰਦਾ ਉਹਦੇ ਚ ਹੈਗਾ। ਮੈਂ ਇਹੀ ਗੱਲ ਮੈਂ ਕਹਿਣ ਡਿਆ ਨਾ, ਲੋਕਾਂ ਦਾ ਇਹ ਨਹੀਂ ਹੈਗਾ। ਹੁਣ ਵਿਚਾਰਧਾਰਾ ਖਾਸ ਕਰਕੇ 90 ਤੋਂ ਬਾਅਦ ਉਹ ਇੱਕ ਕਿਤਾਬ ਵੀ ਹੋਈ ਸੀ, ਮੈਂ ਫ੍ਰਾਂਸਿਸ ਫਾਕੂਯਾਮਾ ਦੀ ਐਂਡ ਆਫ ਆਈਡੀਓਲੋਜੀ। ਸੋਵੀਅਤ ਦੇ ਟੁੱਟਣ ਤੋਂ ਬਾਅਦ ਵਿਚਾਰਧਾਰਾ ਨੇ ਜਿਹੜੀ ਬੈਕਗਰਾਉਂਡ ਪਿੱਛੇ ਚਲੇ ਗਈ, ਗਲੋਬਲਾਈਜੇਸ਼ਨ ਆ ਗਈ, ਇਹਦੀ ਥਾਂ ਤੇ ਰੀਅਲ ਪੋਲਿਟਿਕਸ ਆ ਗਈ, ਅਸਲੀ ਜਿਹਨੂੰ ਰਾਜਨੀਤੀ ਕਹਿੰਦੇ ਆ। ਉਹਦੇ ਵਿੱਚ ਵਿਚਾਰਧਾਰਾ ਦੀ ਜਿਹੜੀ ਆ ਸਪੇਸ ਉਹ ਘਟ ਗਈ। ਉਹਦੇ ਵਿੱਚੋਂ ਲੋਕੀ ਕੀ ਕਹਿੰਦੇ, ਕੰਮ ਹੋਣਾ ਚਾਹੀਦਾ, ਏਜੰਡਾ ਸਰਵ ਹੋਣਾ ਚਾਹੀਦਾ। ਸਾਡੀ ਲੋਕਾਂ ਦੀਆਂ ਲੋੜਾਂ ਬਹੁਤ ਵੱਧ ਗਈਆਂ, ਲੋਕਾਂ ਦੀਆਂ ਐਸਪੀਰੇਸ਼ਨਸ ਬਹੁਤ ਵੱਧ ਗਈਆਂ, ਐਕਸਪੈਕਟੇਸ਼ਨ ਬਹੁਤ ਵੱਧ ਗਈਆਂ। ਤਾਂ ਜਦੋਂ ਐਸਪੀਰੇਸ਼ਨ ਵੱਧਦੀਆਂ, ਲੋੜਾਂ ਵੱਧਦੀਆਂ, ਉਹ ਫਿਰ ਇੱਕ ਜੇ ਵਿਚਾਰਧਾਰਾ ਨਾਲ ਜੋੜ ਕੇ ਚੱਲਦੇ ਆ ਤੇ ਫਿਰ ਉਹਨੂੰ ਲੱਗਦਾ ਵੀ ਇਹ ਪੂਰੀਆਂ ਨਹੀਂ ਹੁੰਦੀਆਂ। ਇਸੇ ਕਰਕੇ ਜਿਹੜੀ ਖਾਸ ਕਰਕੇ ਜਿਹੜੀ ਨਵੀਂ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ, ਜਾਂ ਨਵੀਂ ਵਿਚਾਰਧਾਰਾ ਜਿਹੜੀ ਆ, ਜਿਹਦੇ ਵਿੱਚ ਆਮ ਆਦਮੀ ਪਾਰਟੀ ਵੀ ਹੈਗੀ, ਜਿਹਨੇ ਲੋਕਾਂ ਦੀ ਇਮੈਜੀਨੇਸ਼ਨ ਦਾ ਹਿੱਸਾ ਬਣਿਆ ਕਿ ਇਹ ਦੇਖੋ ਸਾਨੂੰ ਕਹਿੰਦੇ ਕਰਪਸ਼ਨ ਫ੍ਰੀ ਕਰ ਦਾਂਗੇ, ਇਹ ਕਹਿੰਦੇ ਅਸੀਂ ਖਾਨਦਾਨੀ ਰਾਜਨੀਤੀ ਖਤਮ ਕਰ ਦੇਵਾਂਗੇ, ਇਹ ਕਹਿੰਦੇ ਆ ਜਿਹੜਾ ਮਰਜ਼ੀ ਆ ਜਾਵੇ, ਜਿਹੜਾ ਮਰਜ਼ੀ ਸਿਰ ਤੇ ਟੋਪੀ ਪਾ ਕੇ ਕਵੇ ਮੈਂ ਵੀ ਜਿਹੜਾ ਆਮ ਆਦਮੀ ਪਾਰਟੀ ਹੂੰ, ਫ੍ਰੀ ਫਾਰ ਆਲ ਵਾ। ਕੋਈ ਧਰਮ ਦੀ ਇਹ ਤੇ ਬੰਦਿਸ਼ ਨਹੀਂ ਹੈਗੀ, ਕੋਈ ਜਾਤ ਦੀ ਬੰਦਿਸ਼ ਨਹੀਂ ਹੈਗੀ, ਕੋਈ ਬੋਲੀ ਦੀ ਬੰਦਿਸ਼ ਨਹੀਂ ਹੈਗੀ, ਕੋਈ ਰੀਜਨ ਦੀ ਬੰਦਿਸ਼ ਨਹੀਂ ਹੈਗੀ, ਕੋਈ ਉਮਰ ਦੀ ਨਹੀਂ ਹੈਗੀ, ਕੋਈ ਜੈਂਡਰ ਦੀ ਨਹੀਂ ਹੈ। ਤਾਂ ਇਹ ਜ਼ਿਆਦਾ ਬਰੋਡਰ ਪਲੇਟਫਾਰਮ ਜਦੋਂ ਲੋਕਾਂ ਨੂੰ ਪ੍ਰੋਵਾਈਡ ਕਰਦੇ ਆ ਤਾਂ ਨੈਚੁਰਲੀ ਜਿਹੜੀਆਂ ਦੂਸਰੀਆਂ ਪਾਰਟੀਆਂ ਹੁੰਦੀਆਂ, ਜਿਹੜੀਆਂ ਉਹ ਸੰਕੀਰਨ ਮੁੱਦਿਆਂ 'ਚ ਰਹਿ ਜਾਂਦੀਆਂ, ਉਹ ਫਿਰ ਪਿੱਛੇ ਰਹਿ ਜਾਂਦੀਆਂ, ਉਹਨਾਂ ਲਈ ਲਿਮਟ ਪੈਦਾ ਹੋ ਜਾਂਦੀ, ਉਹਨਾਂ ਲਈ ਲਿਮਟ ਆ ਜਾਂਦੀ। ਪਰ ਮੈਂ ਇਹਦੇ 'ਚ ਇੱਕ ਚੀਜ਼ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਇਹ ਹੈਗੀ ਆ ਸੱਤਾ ਦੀ ਗੇਮ, ਪਾਵਰ ਚ ਆਉਣ ਦੀ ਗੇਮ, ਜਿਹਦੇ ਵਿੱਚ ਲੋਕਾਂ ਨੂੰ ਲੱਗਦਾ ਹੈ ਕਿ ਹਾਂ ਇੱਥੇ ਕੋਈ ਪੱਗ ਨਹੀਂ ਬੰਨਣੀ ਪੈਣੀ, ਵਾਲ ਨਹੀਂ ਰੱਖਣੇ ਪੈਣੇ, ਦਾੜਾ ਪ੍ਰਕਾਸ਼ ਨਹੀਂ ਕਰਨਾ ਪੈਣਾ, ਹੈ ਨਾ। ਲੇਕਿਨ ਇੱਕ ਚੀਜ਼ ਆ, ਜਿਹੜਾ ਖਾਲਸਾ ਰਾਜ ਦਾ ਕਨਸੈਪਟ ਸੀ ਮਹਾਰਾਜਾ ਰਣਜੀਤ ਸਿੰਘ ਵੇਲੇ, ਉਹਦੇ ਵਿੱਚ ਵੀ ਲਗਭਗ ਸਾਰੇ ਹੀ ਤਰ੍ਹਾਂ ਦੇ ਲੋਕ ਸੀ। ਉਸ ਤੋਂ ਬਾਅਦ ਜਦੋਂ ਪੰਜਾਬੀ ਸੂਬਾ ਬਣਦਾ, ਬੁਨਿਆਦੀ ਤੌਰ ਤੇ ਮੈਨੂੰ ਇਹ ਪੰਜਾਬੀ ਸੂਬਾ ਨਹੀਂ ਲੱਗਦਾ, ਮੈਨੂੰ ਲੱਗਦਾ ਕਿ ਇਹਦੇ 'ਚ ਭਾਰਤੀ ਸੰਵਿਧਾਨ ਦੇ ਅੰਤਰਗਤ ਵੱਧ ਤੋਂ ਵੱਧ ਜੇ ਸਿੱਖਾਂ ਨੂੰ ਕੋਈ ਮਿਲ ਸਕਦਾ ਤੇ ਇਹੀ ਹੈ, ਜਿਹਦੇ ਵਿੱਚ ਉਹ ਆਪਣਾ ਰਾਜ ਕਾਇਮ ਕਰ ਸਕਦੇ ਸੀ। ਇਹ ਦੋ ਚੀਜ਼ਾਂ ਨੂੰ ਤੁਸੀਂ ਮਾਈਨਸ ਕਰਕੇ ਚੱਲੋਗੇ, ਆਉਂਦੇ ਸਮੇਂ ਦੇ ਵਿੱਚ ਧਰਮ ਆਧਾਰਿਤ ਰਾਜਨੀਤੀ ਮਾਈਨਸ ਹੋ ਜਾਊਗੀ। ਧਰਮ ਆਧਾਰਿਤ ਰਾਜਨੀਤੀ ਅੱਜ ਦੇ ਯੁੱਗ ਦੇ ਵਿੱਚ ਜਿਸ ਤਰ੍ਹਾਂ ਦਾ ਸੂਚਨਾ ਦਾ ਪ੍ਰਸਾਰ ਜਾਂ ਜਿਸ ਤਰ੍ਹਾਂ ਦੀਆਂ ਲੋਕਾਂ ਦੀਆਂ ਲੋੜਾਂ, ਇਹਨੂੰ ਹੁਣ ਬੀਤੇ ਦੀ ਗੱਲ ਸਮਝ ਲਵਾਂ ਮੈਂ? ਨਹੀਂ, ਮੈਨੂੰ ਲੱਗਦਾ ਵੀ ਬਹੁਤ ਸਾਰੇ ਐਲੀਮੈਂਟ ਹੁੰਦੇ ਆ ਜਿਹੜੇ ਰਾਜਨੀਤੀ ਨੂੰ ਡਿਟਰਮਿਨ ਕਰਦੇ ਆ। ਧਰਮ ਉਹ 'ਚ ਬਹੁਤ ਇੰਪੋਰਟੈਂਟ ਹੈ। ਆਪਾਂ ਦੇਖਿਓ ਕਿ ਜਿਹੜੀਆਂ ਪਾਰਟੀਆਂ ਧਰਮ ਦੇ ਨਾਂ ਤੇ ਚਲਾਉਣ ਡੀਆਂ, ਸਾਰੀ ਰਾਜਨੀਤੀ ਆਲੇ ਦੁਆਲੇ ਘੁੰਮਦੀ ਉਹਦੇ ਵਿੱਚੋਂ। ਭਾਰਤ ਦੀ ਰਾਜਨੀਤੀ, ਬੀਜੇਪੀ ਦੀ ਰਾਜਨੀਤੀ ਗੱਲ ਕਰਦਾ ਵੀ ਆਪਾਂ ਉਹਨੂੰ ਆਈਸੋਲੇਟ ਨਹੀਂ ਕਰ ਸਕਦੇ। ਇਹ ਜੰਮੂ ਕਸ਼ਮੀਰ ਦੇ ਵਿੱਚ ਵੀ ਇਦਾਂ ਹੀ ਹੁੰਦਾ ਰਿਹਾ, ਉਹਦੇ ਹੋਰਨਾਂ ਥਾਵਾਂ ਤੇ ਹੁੰਦਾ, ਸਾਡੇ ਵੀ ਹੁੰਦਾ ਰਿਹਾ ਸੀਗਾ, ਸਾਰੇ ਪਾਸੇ ਹੁੰਦਾ। ਪਰ ਇਹ ਹੁੰਦਾ ਕਿ ਕੋਈ ਐਲੀਮੈਂਟ ਕਿਸੇ ਸਮੇਂ ਤੇ ਜ਼ਿਆਦਾ ਇੰਪੋਰਟੈਂਟ ਹੁੰਦਾ, ਕਿਸੇ ਸਮੇਂ ਤੇ ਘੱਟ ਇੰਪੋਰਟੈਂਟ ਹੁੰਦਾ। ਹੁਣ ਤੁਸੀਂ ਇਹ ਆਪਾਂ ਕਿਤੇ ਮਰਦਾ ਨਹੀਂਗਾ, ਉਹ ਰਹੂਗਾ, ਉਹਦੀ ਅੱਗੇ ਪਿੱਛੇ ਹੁੰਦਾ ਰਹਿੰਦਾ। ਕਿਤੇ ਪੈਸੇ ਆ ਗਿਆ, ਹੁਣ ਕਿਤੇ ਸੰਵਿਧਾਨ ਦੇ ਵਿੱਚ ਪੈਸਾ ਨਹੀਂ ਲਿਖਿਆ ਵੀ ਪੈਸੇ ਨਾਲ ਵੋਟਾਂ ਲੈਣੀਆਂ, ਪੈਸੇ ਦਾ ਰੋਲ ਆ ਗਿਆ। ਮੀਡੀਆ ਦਾ ਇੰਨਾ ਵੱਡਾ ਰੋਲ ਨਹੀਂ ਸੀਗਾ, ਉਹਦੇ ਵਿੱਚੋਂ ਆ ਗਿਆ। ਸੋ ਮੇਰਾ ਕਹਿਣ ਤੋਂ ਭਾਵ ਹੈਗਾ, ਇਹ ਜਿਹੜੀਆਂ ਖਾਸ ਕਰਕੇ ਜਦੋਂ ਆਪਾਂ ਇਹ ਪਰਸਨਲ ਲਾਈਫ ਦੇ ਵਿੱਚ ਆ ਜਾਂਦੀਆਂ ਕਿ ਧਰਮ ਪਰਸਨਲ ਹੈਗਾ। ਜਾਤ ਨੂੰ ਤੁਸੀਂ ਵੇਖੋ, ਇੱਕ ਗੱਲ ਤਾਂ ਬੜੀ ਸਿੱਧੀ ਆ, ਜਾਤ ਆਪਾਂ ਵੀ ਆਰ ਬੋਰਨ ਇਨ ਏ ਕਾਸਟ, ਉੱਥੇ ਹੀ ਆਉਂਦੇ ਆ, ਉੱਥੋਂ ਹੀ ਜਾ ਕੇ ਆਪਾਂ ਖਤਮ ਹੁੰਦੇ। ਜਾਤ ਨਹੀਂ ਬਦਲ ਸਕਦੇ। ਫਰੀਡਮ ਆਫ ਰਿਲੀਜਨ ਹੈਗੀ ਆ ਧਰਮ ਦੇ ਵਿੱਚ। ਤੁਸੀਂ ਆਪਣਾ ਕੋਈ ਵੀ ਕਿਸੇ ਵੀ ਜਿਹੜੀ ਧਰਮ ਦੇ ਜਿਹੜੇ ਹੈਗੇ ਪ੍ਰਿੰਸੀਪਲ, ਉਹਨੂੰ ਅਡਾਪਟ ਕਰ ਸਕਦੇ ਜੋ, ਜਾਂ ਉਹਨਾਂ ਦਾ ਪ੍ਰਚਾਰ ਕਰ ਸਕਦੇ ਜੋ, ਜਾਂ ਉਹਨਾਂ ਨੂੰ ਤੁਸੀਂ ਐਕਸੈਪਟ ਕਰ ਸਕਦੇ ਜੋ। ਮੇਰਾ ਕਹਿਣ ਤੋਂ ਭਾਵ ਹੈਗਾ ਕਿ ਜਿਉਂ-ਜਿਉਂ ਇਹ ਜਿਹੜਾ ਖਾਸ ਕਰਕੇ ਜਿਹੜਾ ਸਪੈਕਟਰਮ ਬ੍ਰੌਡਰ ਹੋਊਗਾ ਲੋਕਾਂ ਦੇ ਸੋਚਣ ਦਾ ਹੈ ਜਾਂ ਰਾਜਨੀਤੀ ਦਾ, ਤੇ ਉਹਦੇ ਵਿੱਚ ਇਹ ਜ਼ਰੂਰ ਕਿ ਸਮੇਂ ਹੁਣ ਇਹ ਵੀ ਹੋ ਸਕਦਾ ਕਿ ਸਮੇਂ ਦੇ ਵਿੱਚ ਜਿਹੜੀ ਇਨਲਾਈਟਨਮੈਂਟ ਹੈਗੀ ਆ, ਲੋਕਾਂ ਦਾ ਜਿਹੜਾ ਨੌਲੇਜ ਹੈਗਾ, ਲੋਕਾਂ ਦੀ ਰਾਜਨੀਤੀ ਪ੍ਰਤੀ ਸਮਝ ਹੈ, ਸਭ ਤੋਂ ਵੱਡਾ ਐਲੀਮੈਂਟ ਹੀ ਰਾਜਨੀਤੀ ਉਹ ਬਣ ਜਾਵੇ ਵੀ ਦੇਖੋ ਆਹ ਬੰਦੇ ਚੰਗੇ ਨਹੀਂ, ਆਹ ਬੰਦੇ ਮਾੜੇ ਨਹੀਂ। ਪਰਸੈਪਸ਼ਨ ਬਹੁਤ ਰੋਲ ਇੰਪੋਰਟੈਂਟ ਕਰਦੀਆਂ। ਹੁਣ ਮੰਨ ਲਓ ਜਿਹੜੀਆਂ ਪਾਰਟੀਆਂ ਦੇ ਵੱਡੇ ਵੱਡੇ ਲੀਡਰ ਹਾਰੇ ਆ, ਸਧਾਰਨ ਬੰਦਿਆਂ ਨੇ ਵੀ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ, ਇਹ ਸੋਚ ਕੇ ਵੀ ਇਹ ਬੰਦੇ ਠੀਕ ਨੇ। ਅੱਛਾ, ਇੱਕ ਹੋਰ ਵੀ ਵੱਡੀ ਗੱਲ, ਵੋਟ ਪਾਉਣ ਲੱਗਿਆ ਵੀ ਨਹੀਂ ਵੇਖਿਆ ਕਿ ਵੋਟ ਕਿਹਨੂੰ ਪਾਉਣੀ ਆ, ਵੋਟ ਇੱਕ ਸਿੰਬਲ ਨੂੰ ਪਾਤੀ।
ਇਹ ਹੁੰਦਾ ਸਿੰਬਲ ਬਹੁਤ ਇੰਪੋਰਟੈਂਟ ਆ। ਹਾਂ ਸਿੰਬਲ ਜਿਹੜੇ ਸੀ ਤੁਸੀਂ ਦੇਖੋ ਨਾ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਸਿੰਬਲ ਹੈ ਰਾਜਨੀਤੀ ਦੇ ਵਿੱਚ ਸਿੰਬਲ ਦੀ ਬਹੁਤ ਜੀ ਇੰਪੋਰਟੈਂਸ ਆ। ਜੀ ਤੁਸੀਂ ਉਹ ਖਾਲਸਾ ਆਪਣਾ ਜਿਹੜਾ ਇਨਸਿਗਨੀਆ ਹੈ ਉਹ ਇੱਕ ਆਪਣੇ ਆਪ ਸਿੰਬਲ ਆ ਬਿਲਕੁਲ। ਹੈ। ਦੂਸਰੇ ਪਾਸੇ ਆ ਪਾਰਟੀਆਂ ਦੇ ਸਿੰਬਲ ਜਿਹੜੇ ਹੁੰਦੇ ਆ ਤੱਕੜੀ ਦਾ ਮਤਲਬ ਕੀ ਹੁੰਦਾ ਜਸਟਿਸ ਵਾਲੀ ਗੱਲ ਹੁੰਦੀ ਆ। ਕਾਂਗਰਸ ਦਾ ਕੇਸ ਸਮੇਂ ਗਾਏ ਵਛੜਾ ਕਾਂਗਰਸ ਦਾ ਵੀ ਹੁੰਦਾ ਸੀ ਇਹ ਨਹੀਂ ਵੀ ਹਾਂ ਦੋ ਬਲਦਾਂ ਦੀ ਜੋੜੀ ਤੇ ਹਲ ਜਿਹੜਾ ਹੁੰਦਾ ਸੀ ਕਾਂਗਰਸ ਦਾ ਜਿਹੜਾ ਸਿੰਬਲ ਹੁੰਦਾ ਸੀ ਉਦੋਂ ਕਿਸਾਨੀ 88% ਕਿਸਾਨੀ ਹੁੰਦੀ ਸੀ। ਫਿਰ ਗਾਏ ਵਛੜਾ ਆ ਗਿਆ ਫਿਰ ਉਹ ਤੋਂ ਬਾਅਦ ਜਦੋਂ ਕਾਂਗਰਸ ਦੇ ਵਿੱਚ ਡਿਵੀਜ਼ਨ ਹੋਈ ਇੰਦਰਾ ਕਾਂਗਰਸ ਬਣੀ 78 ਦੇ ਵਿੱਚ ਆਣ ਕੇ ਉਦੋਂ ਨੇ ਹੱਥ ਆ ਗਿਆ ਹੱਥ ਦਾ ਮਤਲਬ ਵੀ ਅਸੀਂ ਤੁਹਾਡੇ ਨਾਲ ਹੈਗੇ ਆ। ਬੀਜੇਪੀ ਨੇ ਉਸ ਸਮੇਂ ਜੋ ਸਿੰਬਲ ਚੁੱਕਿਆ ਜਦੋਂ ਦੱਸਿਆ ਵੀ ਰਾਜਨੀਤੀ ਤੇ ਬਹੁਤ ਚਿੱਕੜ ਹੈਗਾ ਵਾ ਸਾਡਾ ਜਿਹੜਾ ਅਸੀਂ ਜਿਹੜੇ ਲੋਕ ਹੈਗੇ ਉਹ ਚਿੱਕੜ ਦੇ ਵਿੱਚੋਂ ਵੀ ਗਰੋ ਕਰ ਸਕਦੇ ਇਹਦੇ ਨੇ ਬਹੁਤ ਸਾਰੀਆਂ ਹੁਣ ਦਾਤੀ ਥੋੜਾ ਜਿਹੜਾ ਸੀ ਲੈਫਟ ਵਾਲਾ ਤਾਂ ਸਿੰਬਲ ਦਾ ਇੰਪੋਰਟੈਂਸ ਬਹੁਤ ਜ਼ਿਆਦਾ ਹੈਗੀ ਰਾਜਨੀਤੀ ਦੇ ਵਿੱਚ। ਇਹ ਕਿਸੇ ਸਮੇਂ 'ਚ ਇਸ ਕਰਕੇ ਜ਼ਿਆਦਾ ਹੁੰਦੀ ਸੀ ਕਿ ਇਹ ਜਿਹੜਾ ਹੈਗਾ ਖਾਸ ਕਰਕੇ ਵੀ ਉਹਨੂੰ ਲੋਕਾਂ 'ਚ ਨਿਪਟਦਾ ਹੁੰਦੀ ਸੀ। ਹੁਣ ਤੁਸੀਂ ਗੱਲ ਕੀਤੀ ਖਾਸ ਕਰਕੇ ਝਾੜੂ ਕਿੱਥੋਂ ਸਿੰਬਲ ਇਹ ਲਿਆ ਗਿਆ ਇਹ ਹੁੰਜਣਾ ਵਾ ਆਮ ਆਦਮੀ ਪਾਰਟੀ ਦਾ ਸਿੰਬਲ ਕਿੱਥੋਂ ਆਇਆ ਵੀ ਇਹ ਸਭ ਖਾਸ ਹੈਗੇ ਆ ਕਿਹੜੀ ਪਾਰਟੀ ਰੱਖੇ ਯਾਰ ਆਮ ਬੰਦਿਆਂ ਦੀ ਪਾਰਟੀ ਹੋਣੀ ਚਾਹੀਦੀ ਮਤਲਬ ਉਹਦਾ ਨਾਮ ਹੀ ਆਮ ਆਦਮੀ ਰੱਖ ਲਓ। ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਤੁਸੀਂ ਝਾੜੂ ਲੈ ਆਓ ਕਿਉਂਕਿ ਕਮਲ ਦਾ ਫੁੱਲ ਵੀ ਉੱਗਣ ਡਿਆ ਵਾ ਸਾਰਾ ਕੁਝ ਹੋਇਆ ਵਾ ਤੇ ਉਹ ਜਿਹੜੀ ਸਫਾਈ ਕਰਨੀ ਉਹਦੇ ਵਿੱਚੋਂ ਤੁਸੀਂ ਝਾੜੂ ਲੈ ਹੁਣ ਝਾੜੂ ਇੱਕ ਲੋਕਾਂ ਦਾ ਜਿਹੜਾ ਹੈਗਾ ਵਾ ਸੋਚ ਦਾ ਹਿੱਸਾ ਬਣ ਗਿਆ ਵੀ ਸ਼ਾਇਦ ਇਹਦੇ ਨਾਲ ਹੀ ਜਿਹੜਾ ਹੈਗਾ ਅਸੀਂ ਜਿਹੜਾ ਜੋ ਸਾਡੇ ਸਾਹਮਣੇ ਸਮੱਸਿਆ ਅਸੀਂ ਟੀਵੀ ਬਹਿਸਾਂ ਚ ਆਮ ਸ਼ਬਦ ਵਰਤੇ ਹੁੰਦੇ ਸੀ ਆਮ ਆਦਮੀ ਅੱਜ ਕੱਲ ਉਹਦੇ ਬਦਲ ਲੱਭਣੇ ਸ਼ੁਰੂ ਕੀਤੇ ਕਿਉਂਕਿ ਜਦੋਂ ਆਮ ਆਦਮੀ ਤੁਸੀਂ ਕਹਿੰਦੇ ਹੋ ਆਮ ਆਦਮੀ ਦਾ ਮਸਲਾ ਆਮ ਆਦਮੀ ਉਦੋਂ ਇੰਜ ਲੱਗਦਾ ਜਿਵੇਂ ਪਾਰਟੀ ਦੀ ਗੱਲ ਕਰਦੇ। ਅੱਛਾ ਸਰ ਹੁਣ ਮੈਨੂੰ ਇਹਦੇ ਚ ਇੱਕ ਗੱਲ ਜ਼ਰੂਰ ਦੱਸੋ ਦੇਖੋ ਵਿਦੇਸ਼ ਦੇ ਵਿੱਚ ਸਾਰੇ ਹੁਣ ਘਰਾਂ ਦੇ ਬੱਚੇ ਚਲੇ ਗਏ ਵਿਦੇਸ਼ ਕਿਸੇ ਲਈ ਉਪਰਾ ਨਹੀਂ ਰਿਹਾ ਲੋਕਾਂ ਨੂੰ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂਰਪ ਆਪਣਾ ਲੱਗਦਾ ਉੱਥੇ ਦਾ ਜਿਹੜਾ ਕਲਚਰ ਹੈ ਤੇ ਉੱਥੋਂ ਦਾ ਜਿਹੜਾ ਪ੍ਰਬੰਧ ਹੈ ਉਹ ਪ੍ਰਬੰਧ ਹੈ ਪਰਫਾਰਮੈਂਸ ਬੇਸਡ ਹਾਂਜੀ ਉਹਦੇ ਵਿੱਚ ਧਰਮ ਜਾਤ ਜਾਂ ਬਾਕੀ ਚੀਜ਼ਾਂ ਸੈਕੰਡਰੀ ਆ। ਤੁਹਾਨੂੰ ਲੱਗਦਾ ਕਿ ਆਉਂਦੇ ਸਮੇਂ ਦੇ ਵਿੱਚ ਇਸ ਵਾਰੀ ਦੀ ਜਿਹੜੀ ਜਿੱਤ ਹੋਈ ਆ ਆਮ ਆਦਮੀ ਪਾਰਟੀ ਦੀ ਉਹ ਰੱਦ ਕੀਤੇ ਜਾਣ ਵਾਲੇ ਬੰਦੇ ਉਹ ਵੀ ਕੰਨ ਤੇ ਲਿਖਿਆ ਪੜ੍ਹ ਲੈਣ ਕਿ ਹੁਣ ਭਾਈ ਤੁਹਾਨੂੰ ਲੋਕਾਂ ਨੂੰ ਦੱਸਣਾ ਪਊਗਾ ਕਿ ਰਾਜ ਪ੍ਰਬੰਧ ਕਿਹੋ ਜਿਹਾ ਹੋਊਗਾ ਤੁਹਾਨੂੰ ਆਪਣਾ ਸਾਰਾ ਢਾਂਚਾ ਬਦਲਣਾ ਪਊਗਾ। ਤੁਹਾਨੂੰ ਲੱਗਦਾ ਕਾਂਗਰਸ ਵਾਲੇ ਅਕਾਲੀ ਦਲ ਵਾਲੇ ਕਾਮਰੇਡ ਬਸਪਾ ਵਾਲੇ ਮਾਨ ਦਲ ਵਾਲੇ ਤੇ ਬਾਕੀ ਸਾਰੇ ਇਹ ਬਦਲਣ ਨੂੰ ਤਿਆਰ ਨੇ ਜਿਸ ਇਹ ਸਾਂਚੇ 'ਚ ਫਿੱਟ ਨੇ ਜਿਹਦੇ 'ਚੋਂ ਬਾਹਰ ਨਿਕਲਣਾ ਨਹੀਂ ਚਾਹੁੰਦੇ ਉਹ ਪ੍ਰਧਾਨ ਤੱਕ ਨਹੀਂ ਆਪਣੇ ਬਦਲਣਾ ਚਾਹੁੰਦੇ। ਮੇਰੇ ਕੋਲ ਇੱਕ ਇਨਫੋਰਮੇਸ਼ਨ ਸੀ ਕਿ ਜਦੋਂ ਕੋਰ ਕਮੇਟੀ ਦੀ ਮੀਟਿੰਗ ਅਕਾਲੀ ਦਲ ਦੀ ਹੋਣੀ ਸੀ ਇਸ ਹਾਰ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਰਿਜ਼ਾਈਨ ਕਰਨ ਲਈ ਘਰੋਂ ਨਿਕਲਦੇ ਆ ਲੇਕਿਨ ਰਸਤੇ ਦੇ ਵਿੱਚ ਉਹ ਜਿੱਥੇ ਸਟੇ ਕਰ ਰਿਹਾ ਜਿੱਥੇ ਰੁਕੇ ਹੋਏ ਸੀ ਉੱਥੇ ਉਹਨਾਂ ਦਾ ਮਨ ਬਦਲਤਾ ਜਾਂਦਾ ਹੈ ਔਰ ਉਹ 100% ਅਸਤੀਫਾ ਦੇਣ ਲਈ ਘਰੋਂ ਨਿਕਲਿਆ ਕਿ ਮੈਂ ਹਾਰ ਦੀ ਜ਼ਿੰਮੇਵਾਰੀ ਲੈਣਾ ਤੇ ਮੈਂ ਅਸਤੀਫਾ ਦੇਣਾ ਹੀ ਦੇਣਾ। ਲੇਕਿਨ ਰਾਹ ਦੇ ਵਿੱਚ ਕਿਹਾ ਜਾਂਦਾ ਪ੍ਰਧਾਨ ਸਾਹਿਬ ਸਾਡਾ ਕੀ ਹੋਊਗਾ ਜੀ ਪ੍ਰਧਾਨ ਸਾਹਿਬ ਉੱਥੋਂ ਅਸਤੀਫਾ ਦੇਣ ਦਾ ਮਨ ਬਦਲ ਲੈਂਦੇ ਆ। ਸੋ ਤੁਹਾਨੂੰ ਲੱਗਦਾ ਕਿ ਇਹ ਪਾਰਟੀਆਂ ਜਿਨ੍ਹਾਂ ਨੂੰ ਰੱਦ ਕਰਤਾ ਗਿਆ ਇਹ ਜਿਹੜੇ ਬਦਲਵੇਂ ਹਾਲਾਤ ਨੇ ਜਿਨ੍ਹਾਂ ਦੇ ਵਿੱਚ ਹੁਣ ਲੋਕ ਆਪਣੇ ਆਪ ਨੂੰ ਸੱਟ ਪਰਫਾਰਮੈਂਸ ਬੇਸਡ ਚੰਗੇ ਪ੍ਰਬੰਧ ਲਈ ਇਹ ਜਾਣਗੇ ਉਧਰ ਇਹ ਮਨ ਬਣਾ ਲੈਣਗੇ ਇਹ ਉਸ ਤਰ੍ਹਾਂ ਦੀ ਤਿਆਰੀ ਕਰ ਲੈਣਗੇ। ਕਿਉਂਕਿ ਦੋ ਤਿੰਨ ਗੱਲਾਂ ਆਉਂਦੀਆਂ ਕੁਝ ਲੋਕੀ ਮੈਂ ਸੁਣਿਆ ਟੀਵੀ ਤੋਂ ਸੁਣਿਆ ਕਿ ਕਹਿੰਦੇ ਵੀ 77 ਚ ਇਦਾਂ ਹੋਇਆ ਸੀ 77 ਤੇ 2022 ਚ ਬਹੁਤ ਫਰਕ ਹੈਗਾ। ਦੂਸਰੀ ਗੱਲ ਨਹੀਂ ਬਦਲਣਗੇ ਡਿਸਪੀਅਰ ਹੋ ਜਾਣਗੇ ਕਿਉਂਕਿ ਕੋਈ ਵੀ ਬੰਦਾ ਜਿਹੜਾ ਹੈਗਾ ਵਾ ਉਹਨੂੰ ਕਹਿੰਦੇ ਵੀ ਉਹ ਇੰਡਿਸਪੈਂਸੇਬਲ ਨਹੀਂ ਹੈਗਾ ਚਾਹੇ ਪ੍ਰਧਾਨ ਆ ਚਾਹੇ ਵਾਈਸ ਪ੍ਰਧਾਨ ਆ ਚਾਹੇ ਸੈਕਟਰੀ ਆ ਕੋਈ ਵੀ ਆ। ਹੁਣ ਸਮੱਸਿਆ ਤੁਸੀਂ ਮੇਰੀ ਗੱਲ ਸਮਝ ਸਮੱਸਿਆ ਹੋਣੀ ਕੀ ਆ ਇਹਨਾਂ ਕੋ ਆਊ ਕਿਹੜਾ ਇਹਨਾਂ ਨੇ ਆਲਰੇਡੀ ਚੋਕ ਹੋਇਆ ਪਿਆ ਸਿਸਟਮ ਇਹਨਾਂ ਦਾ ਐ ਨੱਕੋ ਨੱਕ ਬੰਦ ਹੋਇਆ ਪਿਆ ਵਾ ਕੋਈ ਬੰਦਾ ਇਹਨਾਂ ਵਾਲੇ ਪਾਸੇ ਮੂੰਹ ਨਹੀਂ ਕਰਦਾ ਕੋਈ ਬੰਦਾ ਇਹਦੇ ਨਾਲ ਹੁਣ ਜਿਹੜੇ ਇਹਨਾਂ ਦੇ ਨਾਲ ਲੱਗੇ ਸੀ ਜਿਨ੍ਹਾਂ ਨੇ 10 ਸਾਲ ਉਹਨਾਂ ਨਾਲ ਰਹੇ 5 ਸਾਲ ਇਹਨਾਂ ਰਹੇ ਉਹ ਹੱਥ ਪੈਰ ਮਾਰਦੇ ਥੱਲੇ ਪਾਸੇ ਹੁਣ ਇਸ ਪਾਸੇ ਨੂੰ ਤੁਰ ਰਿਹਾ ਕਿਉਂਕਿ ਪੋਲੀਟੀਕਲ ਬੰਦਿਆਂ ਨੇ ਖਾਸ ਕਰਕੇ ਸਰਵਾਈਵ ਕਰਨਾ ਹੁੰਦਾ ਕਿਸੇ ਨਾ ਕਿਸੇ ਪੋਲਿਟਿਕਸ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਕਰਨਾ ਹੁੰਦਾ। ਮੈਂ ਪਿੱਛੇ ਇੱਕ ਥਾਂ ਲਿਖ ਵੀ ਪੋਸਟ ਤੇ ਪਾਇਆ ਸੀਗਾ ਵੀ ਹੁਣ ਜਿਹੜੇ ਉਹ ਪਾਰਟੀਆਂ ਦੇ ਬੰਦੇ ਜਿਹੜੇ ਆ ਇਹਦੀ ਰੀੜ ਦੀ ਹੱਡੀ ਬਣ ਲੱਗੇ ਆ ਆਮ ਆਦਮੀ ਪਾਰਟੀ ਦੀ। ਮੈਨੂੰ ਕੁਝ ਲੋਕਾਂ ਕਿਹਾ ਵੀ ਤੁਸੀਂ ਬਹੁਤ ਜਲਦੀ ਕਹਿਤੀ ਗੱਲ ਮੈਂ ਕਿਹਾ ਮੈਂ ਜਲਦੀ ਨਹੀਂ ਕਹੀ ਕਿਉਂਕਿ ਰਾਜਨੀਤਿਕ ਬੰਦਾ ਬਿਨਾਂ ਰਾਜਨੀਤੀ ਤੋਂ ਨਹੀਂ ਰਹਿ ਸਕਦਾ। ਪਿੰਡ ਦਾ ਇੱਕ ਵਾਰੀ ਸਰਪੰਚ ਬਣਾ ਦਿਓ ਸਾਰੀ ਉਮਰ ਭਾਵੇਂ ਪੈਲੀ ਸਾਰੀ ਵਿਕ ਜੇ ਉਹਨੇ ਆਪਣਾ ਪਰਨਾ ਸਵੇਰ ਤੇ ਜਿਹੜਾ ਮੋਢਿਆਂ ਤੇ ਪਾ ਕੇ ਬਾਹਰ ਨਿਕਲਣਾ ਨਿਕਲ ਪਹਿਲਾਂ ਪਰਨਾ ਪਾਉਂਦੇ ਹੁੰਦੇ ਸੀ ਹੁਣ ਉਹ ਗੱਡੀ ਲੈ ਕੇ ਨਿਕਲ ਜਾਂਦਾ। ਇਹ ਪਾਰਟੀਆਂ ਜਿਹੜੀਆਂ ਖਾਸ ਕਰਕੇ ਜਿਹੜੀਆਂ ਰਵਾਇਤੀ ਪਾਰਟੀਆਂ ਵਾ ਜਿਹੜੀ ਕਾਂਗਰਸ ਵਾਲੇ ਤੇ ਅਕਾਲੀ ਦਲ ਇਹਨਾਂ ਲਈ ਸਭ ਤੋਂ ਵੱਡਾ ਸਮੱਸਿਆ ਹੈ। ਅਕਾਲੀ ਦਲ ਦੀ ਪੋਸੀਬਿਲਿਟੀ ਬਹੁਤ ਬਣਦੀ ਆ ਬਾਉਂਸ ਬੈਕ ਕਰਨ ਦੀ ਕਿਉਂਕਿ ਰੀਜਨਲ ਪਾਰਟੀ ਹੈਗੀ ਅਕਾਲੀ ਦਲ ਦੇ ਕੋਲ ਆਪਣੇ ਤਰੀਕੇ ਨਾਲ ਅਜੇ ਵੀ ਸਾਰਾ ਕੁਝ ਅਜੇ ਕਿ ਨਫ਼ਰਤ ਸਭ ਤੋਂ ਵੱਧ ਜਿਹੜੀ ਹੈਗੀ ਆ ਅਕਾਲੀ ਦਲ ਦੇ ਖਿਲਾਫ ਨਫ਼ਰਤ ਅਜੇ ਵੀ ਬਹੁਤ ਜ਼ਿਆਦੀ ਆ ਜੀ ਭਾਵੇਂ ਕਿ ਪਿਛਲੇ 5 ਸਾਲ ਵੀ ਉਹ ਸੱਤਾ 'ਚ ਨਹੀਂ ਰਹੇ। ਪੰਜਾਬੀ ਦੀ ਕਹਾਵਤ ਆ ਬਦ ਨਾਲੋਂ ਬਦਨਾਮ ਬੁਰਾ
ਇਹਨਾਂ ਦਾ ਨਾਂ ਸੁਣਨ ਨੂੰ ਤਿਆਰ ਨਹੀਂ ਹੈ। ਜਿਸ ਕਿਸਮ ਦੀਆਂ ਇਹਨਾਂ ਦੇ ਪਿਛਲੇ ਜਿਹੜੀਆਂ 10 ਸਾਲਾਂ ਦੇ ਜਿਹੜੇ ਮਗਰਲੇ 5 ਸਾਲਾਂ ਦੇ ਵਿੱਚ ਜਿਸ ਕਿਸਮ ਦੀਆਂ ਜੋ ਵੀ ਇਹਨਾਂ ਦਾ ਵਰਤਾਰਾ ਰਿਹਾ ਵਾ। ਕਾਂਗਰਸ ਲਈ ਵੀ ਬਿਲਕੁਲ ਜਿਹੜਾ ਹੈਗਾ ਇੱਕ ਜਿਹੜੀ ਲੜਾਈ ਹੈਗੀ ਕੰਧ ਨਾਲ ਮੱਥਾ ਮਾਰਨ ਵਾਲੀ ਗੱਲ ਆ। ਨਵੇਂ ਬੰਦੇ ਲਿਆਉਣਗੇ ਕਿਹੜੇ? ਯੂਥ ਇਹਨਾਂ ਦੇ ਨਾਲ ਜਾਣਾ ਨਹੀਂ ਚਾਹੁੰਦੇ। ਦੂਸਰੇ ਬੰਦੇ ਜਿਹੜੇ ਹੈਗੇ ਉਹ ਆਲਰੇਡੀ ਸਟਕ ਹੋਏ ਆ। ਇਹਨਾਂ ਦੀ ਲੜਾਈ ਆਪਸ ਵਿੱਚ ਇੰਨੀ ਜ਼ਿਆਦਾ ਹੈਗੀ ਵੀ ਇਹ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੇ ਲੱਗੇ ਆ। ਪਾਰਟੀ ਨੂੰ ਤਗੜਿਆ ਕਰਨ ਦੀ ਬਜਾਏ ਹੋਰ ਬੰਦੇ ਨਾਲ ਜੋੜਨ ਦੀ ਬਜਾਏ ਹੁਣ ਬੰਦਾ ਉੱਥੇ ਜੁੜਦਾ ਜਿੱਥੇ ਆਸ ਹੋਵੇ। ਉਹ ਕੋਸ਼ਿਸ਼ ਕਰਨਗੇ ਜੇ ਆਪ ਨਾਲ ਜੋੜਾਂਗੇ ਤੇ 5-10% ਸਾਨੂੰ ਆਸ ਹੈਗੀ ਵੀ ਕਿਤੇ ਨਾ ਕਿਤੇ ਸਰਪੰਚ ਬਣ ਜਾਵਾਂਗੇ, ਮਿਊਨਿਸਪਲ ਕੌਂਸਲ ਬਣ ਜਾਵਾਂਗੇ, ਸੱਤਾ ਦੇ ਨੇੜੇ ਰਹਿਣਾ ਸਿੱਖ ਗਏ। ਕਾਂਗਰਸੀਆਂ ਦੇ ਜਾਂ ਅਕਾਲੀਆਂ ਦੇ ਵਿੱਚ ਤਾਂ ਹੈਗਾ ਵੀ ਤੁਸੀਂ ਜਿੰਨਾ ਮਰਜ਼ੀ ਸਿਰ ਖਪਾਈ ਕਰੋ, ਜੋ ਸਾਰਾ ਮੋਢਿਆਂ ਤੇ ਗਧਿਆਂ ਵਾਂਗੂ ਭਾਰਤ ਹੋਈ ਚਲੋ। ਜਦੋਂ ਮੁੜ ਕੇ ਵੰਡ ਹੋਣੀ ਆ ਟਿਕਟਾਂ ਦੀ ਜਾਂ ਹੋਰ ਕੋਈ ਪੋਜੀਸ਼ਨਾਂ ਮਿਲਣੀਆਂ ਵਾ, ਉਹ ਤੇ ਬੰਦੇ ਆਲਰੇਡੀ ਸੈਟਲਡ ਹੈਗੇ ਆ ਨੈਟਵਰਕਿੰਗ। ਸੋ ਇਹਨਾਂ ਪਾਰਟੀਆਂ ਲਈ ਮੇਰਾ ਖਿਆਲ, ਮੈਂ ਤਾਂ ਐਡਵਾਈਸ ਨਹੀਂ ਦੇ ਸਕਦਾ, ਪਰ ਮੈਂ ਕਹਿੰਦਾ ਵੀ ਜਿੰਨਾ ਚਿਰ ਆਪਣਾ ਇਹ ਨੈਕਸਟ ਤੋੜਦੇ ਨਹੀਂ ਨੈਟਵਰਕ, ਨਵਾਂ ਰੀਸਟਰਕਚਰਿੰਗ ਨਹੀਂ ਕਰਦੀ। ਪ੍ਰਧਾਨ ਸਾਹਿਬ ਚੱਲੇ ਸੀ ਤੇ ਪ੍ਰਧਾਨ ਸਾਹਿਬ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਸੀ। ਬਿਲਕੁਲ। ਪਰ ਆਲਟਰਨੇਟਿਵ ਕਿਹੜਾ ਸੀਗਾ? ਆਲਟਰਨੇਟਿਵ ਵੀ ਉਹ ਚਾਹੀਦਾ ਸੀਗਾ ਜਿਹੜਾ ਲੋਕਾਂ ਨੂੰ ਲੱਗਦਾ ਵੀ ਹਾਂ ਵਾਕਿਆ ਇਹਨਾਂ ਦੀ ਨੀਅਤ ਜਿਹੜੀ ਹੈਗੀ ਆ ਉਹ ਤਬਦੀਲੀ ਵਾਲੇ ਪਾਸੇ ਬਦਲਾਅ ਨਜ਼ਰ ਆਵੇ। ਕਾਂਗਰਸ ਦਾ ਵੀ ਇਹੀ ਹੁਣ ਰਾਜਾ ਵੜਿੰਗ ਸਾਹਿਬ ਬਣ ਗਏ ਆ, ਠੀਕ ਆ, ਉਹਦੇ ਵਿੱਚੋਂ ਲੱਗਦਾ ਉਹਨਾਂ ਨੂੰ, ਪਰ ਰਾਜਾ ਵੜਿੰਗ ਸਾਹਿਬ ਦੇ ਵਿੱਚ ਚੈਲੰਜ ਬਹੁਤ ਵੱਡਾ ਹੈ। ਨੈਸ਼ਨਲ ਪਾਰਟੀ ਉੱਤੋਂ ਬਾਹਾਂ ਖਿੱਚਣ ਵਾਲੇ ਵੀ ਆ, ਥੱਲੇ ਪਾਸਿਓਂ ਖਿੱਚਣ ਵਾਲੇ ਵੀ ਹੈਗੇ ਆ। ਇਸ ਸਿਸਟਮ ਦੇ ਵਿੱਚ, ਸਾਡੇ ਸਿਸਟਮ ਦੇ ਵਿੱਚ ਰੀਜਨਲ ਪਾਰਟੀ ਜਿਹੜੀ ਚੰਗੀ ਹੈਗੀ ਉਹਦਾ ਸਰਵਾਈਵ ਕਰਨਾ ਸੌਖਾ ਹੈ। ਨੈਸ਼ਨਲ ਪਾਰਟੀ ਦਾ ਜਿਹੜਾ ਸਟੇਟ ਵਿੰਗ ਹੈ ਉਹਦੇ ਲਈ ਜਿਹੜੀ ਖਾਸ ਕਰਕੇ ਚੈਲੰਜਸ ਜ਼ਿਆਦਾ ਵੱਡੇ ਆ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਦੂਸਰਾ ਇਹ ਹੈ ਕਿ ਏਜੰਡਾ ਨਵਾਂ ਲੈ ਕੇ ਜਾਣਗੇ। ਹੁਣ ਜਿਹੜਾ ਏਜੰਡਾ ਲੋਕਾਂ ਕੋਲ ਲੈ ਕੇ ਜਾਣਗੇ ਉਸੇ ਏਜੰਡੇ ਦੀ ਵਜ੍ਹਾ ਕਰਕੇ ਤੇ ਲੋਕੀ ਇਹਨਾਂ ਤੋਂ ਦੁਖੀ ਆ। ਹੁਣ ਕੀ ਏਜੰਡਾ ਲੈ ਕੇ ਜਾਣਗੇ ਲੋਕਾਂ ਕੋਲ? ਤੁਸੀਂ ਬਿਲਕੁਲ ਠੀਕ ਆਖਦੇ ਹੋ। ਇਹ ਜਿਹੜੀ ਗੱਲ ਤੁਸੀਂ ਅਕਾਲੀ ਦਲ ਦੀ ਕੀਤੀ ਹੈ, ਇੱਕ ਸਿੰਪਲ ਜੀ ਉਦਾਹਰਨ ਸੀ ਜਿਹੜੀ ਮੈਂ ਪਹਿਲਾਂ ਤੁਹਾਨੂੰ ਦਿੱਤੀ ਹੈ। ਇੱਕ ਦੂਜੀ ਹੋਰ ਉਦਾਹਰਨ ਸੀ, ਜਿਸ ਦਿਨ ਸੁਖਬੀਰ ਸਿੰਘ ਬਾਦਲ ਤਲਵੰਡੀ ਸਾਬੋ ਚ ਕਹਿੰਦੇ ਆ ਕਿ ਭਗਵੰਤ ਮਾਨ ਸਾਹਿਬ ਦਾ ਰਵੱਈਆ ਠੀਕ ਨਹੀਂ ਸੀਗਾ, ਇਹ ਗੁਰੂ ਘਰ ਦੇ ਵਿੱਚ ਕੁਝ ਸੇਵਨ ਕਰਕੇ ਆ ਗਏ, ਤੁਹਾਨੂੰ ਯਾਦ ਹੋਣਾ। ਉਹੀ ਗੱਲ ਪ੍ਰਧਾਨ ਸਾਹਿਬ ਨੂੰ ਕਿਸੇ ਨਾ ਕਿਸੇ ਨੇ ਤੇ ਆ ਕੇ ਦੱਸੀ, ਤੇ ਜੇ ਉਹ ਸਟੇਟਮੈਂਟ ਪ੍ਰਧਾਨ ਦੀ ਬਜਾਏ ਜਿਸ ਬੰਦੇ ਨੇ ਆਣ ਕੇ ਦੱਸੀ ਸੀ ਜਾਂ ਗੁਰਦੁਆਰਾ ਪ੍ਰਬੰਧ ਚੋਂ ਬਾਹਰ ਆਈ ਸੀ, ਜੇ ਉਹ ਲੋਕ ਕਹਿੰਦੇ ਤੇ ਉਹਦਾ ਵਜ਼ਨ ਜ਼ਿਆਦਾ ਹੋਣਾ ਸੀ। ਸੋ ਕਈ ਵਾਰੀ ਅਸੀਂ ਓਵਰ ਰਿਐਕਟ ਕਰਦੇ ਹਾਂ, ਕਈ ਵਾਰੀ ਅਸੀਂ ਕਾਹਲੀ ਕਰਦੇ ਹਾਂ, ਕਿਸ ਵੇਲੇ ਲੱਗਦਾ ਹੁੰਦਾ ਵੀ ਸਾਨੂੰ ਅਸੀਂ ਬਹੁਤ ਦਰੁਸਤ ਹੈ। ਇਸੇ ਤਰੀਕੇ ਨਾਲ ਅੱਜ ਕਾਂਗਰਸ ਦੀ ਸਥਿਤੀ ਵੀ ਉਹੀ ਹੈ ਕਿ ਉਹ 5-7 ਗਰੁੱਪਾਂ 'ਚ ਵੰਡੇ ਗਏ ਆ। ਤੁਹਾਡਾ ਮਤਲਬ ਜੇ ਨਹੀਂ ਸਿੱਖਣਗੇ ਤਾਂ ਇਹ ਡਿਸਅਪੀਅਰ ਹੋ ਜਾਣਗੇ। ਲੇਕਿਨ ਸਾਡੀ ਗੱਲਬਾਤ ਜਾਰੀ ਰਹੂਗੀ। ਅਸੀਂ ਗੱਲਬਾਤ ਨੂੰ ਵਿਰਾਮ ਦੇ ਰਹੇ ਹਾਂ, ਖਤਮ ਨਹੀਂ ਕਰ ਰਹੇ। ਇਹ ਬਹਿਸ ਨੂੰ ਅੱਗੇ ਵਧਾਉਂਦੇ ਰਵਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਕੱਲ ਇਹਨੂੰ ਹੋਰ ਅੱਗੇ ਲੈ ਕੇ ਜਾਈਏ। ਬਹੁਤ ਮਿਹਰਬਾਨੀ। ਥੈਂਕ ਯੂ।